ਜਨ ਉਪਰ ਕੋ ਨਾ ਪੁਕਾਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਚਵਰ ਛਤਰ ਦੇ ਮਾਲਕ, ਜੁਗੋ ਜੁਗ ਅਟਲ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਅੰਤਰਜਾਮੀ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ। ਅੰਮ੍ਰਿਤ ਵੇਲੇ ਗਰੀਬਨ ਨਿਵਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਅੰਮ੍ਰਿਤ ਬਾਣੀ ਦਾ ਪਾਠ ਹੋਇਆ। ਆਪ ਜੀ ਨੇ ਗੁਰੂ ਘਰ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ ਹੈ, ਆਨੰਦ ਮਾਣਿਆ। ਗੁਰੂ ਘਰ ਦੀ ਮਰਿਆਦਾ, ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਅਬ ਜਨ ਉਪਰ ਕੋ ਨਾ ਪੁਕਾਰੈ। ਸਾਧ ਸੰਗਤ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰ ਤਾਜ, ਸ਼ਾਂਤੀ ਦੇ ਪੰਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਰੰਗ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1217 ਅੰਗ ਦੇ ਉਪਦੇਸ਼ ਬਖਸ਼ ਰਹੇ ਹਨ। ਅਬ ਜਨ ਉਪਰ ਕੋ ਨਾ ਪੁਕਾਰੈ। ਹੇ ਭਾਈ, ਹੁਣ ਪਰਮੇਸ਼ਰ ਦੇ ਜਨ ਪਿਆਰੇ ਉੱਪਰ ਕੋਈ ਵੀ ਪੁਕਾਰ ਕਰਨ ਵਾਲਾ ਨਹੀਂ ਹੈ। ਭਾਵ ਕਿ ਕੋਈ ਪਰਮੇਸ਼ਰ ਦੇ ਪਿਆਰੇ ਨੂੰ ਆਪਣੇ ਹੁਕਮ ਦੇ ਨਾਲ, ਆਪਣੀ ਤਾਕਤ ਦੇ ਨਾਲ ਦਬਾ ਨਹੀਂ ਸਕਦਾ। ਜਿਸ ਗੁਰਮੁਖ ਦਾ ਹਿਰਦਾ ਵਾਹਿਗੁਰੂ ਦੀ ਬੰਦਗੀ ਕਰਦਿਆਂ ਸ਼ੁੱਧ ਹੋ ਗਿਆ, ਹਰ ਜਨ ਪਰਮੇਸ਼ਰ ਦਾ ਪਿਆਰਾ ਕੌਣ ਹੈ? ਭਗਤ ਕਬੀਰ ਜੀ ਕਹਿੰਦੇ, ਕਬੀਰ ਰੋੜਾ ਹੋਏ ਰਹੋ ਬਾਟ ਕਾ, ਤਜ ਮਨ ਕਾ ਅਭਿਮਾਨ। ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ। ਜੇ ਤੂੰ ਪਰਮਾਤਮਾ ਦਾ ਦਾਸ ਬਣਨਾ ਚਾਹੁੰਦਾ ਹੈ ਤਾਂ ਇਸ ਤਰ੍ਹਾਂ ਦਾ ਜੀਵਨ ਬਣਾ ਲੈ ਜਿਵੇਂ ਰਸਤੇ ਵਿੱਚ ਰੋੜਾ ਪਿਆ ਹੁੰਦਾ ਹੈ। ਰਸਤੇ ਵਿੱਚ ਪਏ ਰੋੜੇ ਨੂੰ ਕੋਈ ਮਨੁੱਖ ਠੇਡਾ ਮਾਰੇ, ਭਾਵੇਂ ਚੱਕ ਕੇ ਕਿਸੇ ਹੋਰ ਥਾਂ 'ਤੇ ਰੱਖ ਦੇਵੇ। ਇਸ ਤਰ੍ਹਾਂ ਭਗਤ ਜੀ ਕਹਿੰਦੇ, ਤੂੰ ਆਪਣੇ ਅੰਦਰੋਂ ਹੰਕਾਰ ਛੱਡ ਦੇ।
कबीर रोड़ा हुए रहो बाट का तज अमन का अभिमान। अपने मन विचों हंकार नूं हौमे नूं त्याग देना कर। ऐसा कोई दास होए ताहे मिले भगवान। जे कोई इहो जिहा परमात्मा दा दास बन जावे ਤਾਂ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ। ਪਰ ਦੇਖਿਆ ਰੋੜੇ ਕਰਕੇ ਵੀ ਕਿਸੇ ਨੂੰ ਦੁੱਖ ਪਹੁੰਚਦਾ। ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕਉ ਦੁੱਖ ਦੀ। ਕਿਸੇ ਸਮੇਂ ਰਸਤੇ ਚੱਲਣ ਵਾਲੇ ਨੂੰ ਠੇਕਾ ਵੱਜ ਜਾਂਦਾ ਹੈ, ਉਸ ਰੋੜੇ ਕਰਕੇ ਦੁੱਖ ਪਹੁੰਚਦਾ। ਭਗਤ ਜੀ ਕਹਿੰਦੇ ਜੇ ਰੋੜਾ ਬਣ ਗਿਆ ਤਾਂ ਕੀ ਹੋ ਗਿਆ? ਰਸਤੇ ਵਿੱਚ ਚੱਲਣ ਵਾਲੇ ਨੂੰ ਤਾਂ ਠੇਡਾ ਮਾਰ ਕੇ ਦੁੱਖ ਹੀ ਦਵੇਗਾ ਨਾ। ਐਸਾ ਕੋਈ ਦਾਸ ਹੋਏ ਜਿਉ ਧਰਨੀ ਮਹਿ ਖੇਹ। ਕਹਿੰਦੇ ਫਿਰ ਇਸ ਤਰ੍ਹਾਂ ਦਾ ਕੋਈ ਦਾਸ ਬਣ ਜਾਵੇ ਜਿਵੇਂ ਧਰਤੀ ਤੇ ਮਿੱਟੀ ਪਈ ਹੁੰਦੀ ਹੈ, ਖੇਹ ਪਈ ਹੁੰਦੀ ਹੈ। ਹੁਣ ਖੇਹ ਹੈ, ਉਹ ਕਿਹਨੂੰ ਠੇਡਾ ਮਾਰ ਸਕਦੀ ਹੈ? ਪਰ ਦੇਖਿਆ ਇਹਦੇ ਵਿੱਚ ਵੀ ਇੱਕ ਦੋਸ਼ ਹੈ, ਔਗਣ ਹੈ। ਕਬੀਰ ਖੇਹ ਪਈ ਤੋ ਕਿਆ ਹੁਆ ਜੋ ਉੱਡ ਲਾਗੈ ਅੰਗ। ਹਵਾ ਦਾ ਬੁੱਲਾ ਆਇਆ, ਉਹੀ ਮਿੱਟੀ ਜਿਹੜੀ ਧਰਤੀ ਤੇ ਪਈ ਸੀ ਖੇਹ ਬਣ ਕੇ ਉੱਡ ਕਰਕੇ ਕਿਸੇ ਦੇ ਸਰੀਰ ਨੂੰ ਲੱਗੇਗੀ, ਮੈਲਾ ਕਰ ਦੇਵੇਗੀ। ਇਸ ਤਰ੍ਹਾਂ ਭਗਤ ਜੀ ਕਹਿੰਦੇ ਇਹਦੇ ਵਿੱਚ ਵੀ ਔਗਣ ਹੈ। ਕਬੀਰ ਖੇਹ ਭਈ ਤੋ ਕਿਆ ਹੁਆ ਜੋ ਉੱਡ ਲਾਗੈ ਅੰਗ। ਹਰ ਜਨ ਐਸਾ ਚਾਹੀਐ ਜਿਉ ਪਾਣੀ ਸਰਬੰਗ। ਕਹਿੰਦੇ ਜਿਵੇਂ ਸ੍ਰੇਸ਼ਟ ਰੰਗਾਂ ਵਾਲਾ ਪਾਣੀ ਹੈ ਨਾ, ਜਿਹੋ ਜਿਹਾ ਰੰਗ ਪਾ ਦਈਏ ਉਹੋ ਜਿਹਾ ਬਣ ਜਾਂਦਾ। ਤੱਤੇ ਥਾਂ 'ਤੇ ਰੱਖ ਦਈਏ ਤੱਤਾ ਹੋ ਜਾਂਦਾ, ਠੰਡੇ ਥਾਂ 'ਤੇ ਰੱਖ ਦਈਏ ਠੰਡਾ ਹੋ ਜਾਂਦਾ। ਕਹਿੰਦੇ ਪਾਣੀ ਪਾਣੀ ਹੋ ਜਾ। ਕਬੀਰ ਖੇਹ ਭਈ ਤੋ ਕਿਆ ਹੁਆ ਜੋ ਉੱਡ ਲਾਗੈ ਅੰਗ। ਹਰ ਜਨ ਐਸਾ ਚਾਹੀਐ ਜਿਉ ਪਾਣੀ ਸਰਬੰਗ। ਪਾਣੀ ਵਾਲਾ ਜੀਵਨ ਬਣਾ ਲੈ। ਹੁਣ ਪਾਣੀ ਦੇਖੋ, ਅਸੀਂ ਇੱਕ ਥਾਂ 'ਤੇ ਰੋੜ ਦਈਏ, ਉਹ ਨੀਵੇਂ ਵਾਲੇ ਪਾਸੇ ਨੂੰ ਜਾਂਦਾ ਹੈ, ਕਦੇ ਉੱਚੇ ਵਾਲੇ ਪਾਸੇ ਨੂੰ ਨਹੀਂ ਜਾਂਦਾ। ਇਸ ਤਰ੍ਹਾਂ ਹੀ ਭਗਤ ਜੀ ਕਹਿੰਦੇ ਤੂੰ ਆਪਣਾ ਜੀਵਨ ਬਣਾ ਲੈ ਨੀਵਾਂ, ਨੀਵਾਂ ਹੋਣਾ ਸਿੱਖ ਲੈ ਪਾਣੀ ਵਾਂਗੂ। ਕਬੀਰ ਪਾਣੀ ਹੁਆ ਤਾਂ ਕਿਆ ਭਇਆ ਸੀਰਾ ਤਾਤਾ ਹੋਈ। ਕਹਿੰਦੇ ਇਹਦੇ ਵਿੱਚ ਵੀ ਇੱਕ ਔਗਣ ਹੈ, ਪਾਣੀ ਵਿੱਚ ਵੀ ਔਗਣ ਹੈ। ਉਹ ਕੀ ਹੈ ਕਿ ਪਾਣੀ ਜੇ ਗਰਮ ਥਾਂ 'ਤੇ ਰੱਖ ਦਈਏ, ਅਸੀਂ ਗੈਸ 'ਤੇ ਪਾਣੀ ਨੂੰ ਰੱਖ ਦਈਏ, ਅੱਗ ਬਾਲ ਦਈਏ ਤਾਂ ਉਹ ਤੱਤਾ ਹੋ ਜਾਂਦਾ। ਅੱਗ ਦੀ ਸੰਗਤ ਕਰਕੇ ਪਾਣੀ ਗਰਮ ਹੋ ਜਾਂਦਾ, ਭਾਫ਼ ਬਣ ਜਾਂਦਾ। ਔਰ ਇਸੇ ਤਰ੍ਹਾਂ ਹੀ ਪਾਣੀ ਨੂੰ ਫਰਿੱਜ 'ਚ ਰੱਖ ਦਈਏ ਠੰਡੀ ਥਾਂ 'ਤੇ ਤੇ ਉਹ ਬਰਫ਼ ਹੀ ਹੋ ਜਾਂਦਾ। ਕਹਿੰਦੇ ਪਰਮਾਤਮਾ ਦਾ ਪਿਆਰਾ ਵੀ ਐਸਾ ਨਹੀਂ ਚਾਹੀਦਾ ਕਿ ਜੇ ਕਿਸੇ ਗਰਮ ਖਿਆਲੀ ਦੇ ਨਾਲ ਗੁੱਸੇ ਵਾਲੇ ਬੰਦੇ ਨਾਲ ਮਿਲ ਗਿਆ, ਉਹਦੀ ਸੰਗਤ ਕੀਤੀ ਤੇ ਗੁੱਸੇ ਵਿੱਚ ਆ ਗਿਆ, ਤੇ ਜੇ ਕਿਸੇ ਠੰਡੇ ਸੁਭਾਅ ਵਾਲੇ ਨਾਲ ਮਿਲ ਗਿਆ ਤੇ ਬਿਲਕੁਲ ਉਹਦੇ ਵਰਗਾ ਬਣ ਗਿਆ। ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਪਰਮੇਸ਼ਰ ਦਾ ਪਿਆਰਾ ਇਸ ਤਰ੍ਹਾਂ ਦਾ ਚਾਹੀਦਾ ਹੈ ਜਿਹੋ ਜਿਹਾ ਪਰਮਾਤਮਾ ਵਾਹਿਗੁਰੂ ਆਪ ਹੈ। ਵਾਹਿਗੁਰੂ ਆਪ ਕੈਸਾ ਹੈ? ਸਤਿਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਵਿੱਚ ਸਾਰੇ ਗੁਣ ਨੇ। ਉਹ ਬੇਅੰਤ ਹੈ, ਉਹ ਮਿਹਰਬਾਨ ਹੈ, ਕਿਰਪਾਲੂ ਹੈ। ਤੁਮ ਦਾਤੇ ठाकुर प्रतिपालक नायक खसम हमारे, निमख निमख तुम ही प्रतिपाल हो, हम बारक तुमरे तारे। ਉਹ ਸਾਰੇ ਸੰਸਾਰ ਦੇ ਜੀਵਾਂ ਨੂੰ ਇਸ ਤਰ੍ਹਾਂ ਪਾਲਦਾ ਹੈ ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ।
ਸਾਰੇ ਸੰਸਾਰ ਨੂੰ ਆਪਣੀ ਨਿਗਾਹ ਵਿੱਚ ਰੱਖਦਾ ਹੈ, ਸਾਰਿਆਂ ਦੀ ਫਿਕਰ ਕਰਦਾ, ਸੰਭਾਲ ਕਰਦਾ ਹੈ। ਉਸ ਪਰਮਾਤਮਾ ਵਰਗਾ ਹੀ ਜੀਵਨ ਪਰਮਾਤਮਾ ਦੇ ਪਿਆਰੇ ਦਾ ਹੁੰਦਾ ਹੈ, ਕਿਸੇ ਨਾਲ ਕੋਈ ਦੋਸ਼ ਨਹੀਂ। ਭਗਤ ਨਾਮਦੇਵ ਜੀ ਦੇ ਜੀਵਨ ਅੰਦਰ ਇੱਕ ਘਟਨਾ, ਭਗਤ ਜੀ ਨੇ ਸਾਧ ਸੰਗਤ ਪਰਮੇਸ਼ਰ ਦੀ ਬਹੁਤ ਬੰਦਗੀ ਕੀਤੀ, ਬਚਪਨ ਤੋਂ ਲੈ ਕਰਕੇ। ਬੰਦਗੀ ਕਰਦਿਆਂ ਕਰਦਿਆਂ ਪਰਮਾਤਮਾ ਦਾ ਰੂਪ ਹੀ ਹੋ ਗਏ, ਤੇ ਜੋ ਮੁਖ ਤੋਂ ਬਚਨ ਹੁੰਦੇ ਉਹ ਸੱਤ ਹੋ ਜਾਂਦੇ। ਇੱਕ ਸਮੇਂ ਕਹਿੰਦੇ ਇੱਕ ਵਿਅਕਤੀ ਦਾ ਸੰਸਕਾਰ ਕਰਨ ਵਾਸਤੇ ਉਸਦੇ ਸੰਬੰਧੀ ਪਰਿਵਾਰ ਵਾਲੇ ਲੈ ਕਰਕੇ ਜਾ ਰਹੇ ਸੀ, ਤੇ ਉਸ ਸਮੇਂ ਇਹ ਲੋਕ ਰੀਤੀ ਬਣੀ ਹੋਈ ਸੀ ਕਿ ਜੇ ਕੋਈ ਮਨੁੱਖ ਪੁਰਸ਼ ਚੜ੍ਹਾਈ ਕਰ ਜਾਂਦਾ ਤੇ ਉਸ ਦੀ ਇਸਤਰੀ ਨੂੰ ਨਾਲ ਸਤੀ ਹੋਣਾ ਪੈਂਦਾ ਸੀ। ਇਸ ਵਿਅਕਤੀ ਦੀ ਜਿਹੜੀ ਇਸਤਰੀ ਸੀ ਉਸ ਨੇ ਸਤੀ ਹੋਣ ਵਾਸਤੇ ਨਾਲ ਜਾਣਾ ਕੀਤਾ। ਰਸਤੇ ਵਿੱਚ ਜਾ ਰਹੇ ਨੇ ਤੇ ਭਗਤ ਨਾਮਦੇਵ ਜੀ ਇੱਕ ਪਾਸੇ ਬੈਠੇ ਪ੍ਰਭੂ ਦੀ ਬੰਦਗੀ ਕਰ ਰਹੇ ਨੇ। ਇੱਕ ਬਜ਼ੁਰਗ ਮਾਤਾ ਨੇ ਉਸ ਇਸਤਰੀ ਨੂੰ ਆਖਿਆ, ਜਿਹੜੀ ਸਤੀ ਹੋਣ ਵਾਸਤੇ ਜਾ ਰਹੀ ਸੀ, ਬੇਟਾ ਉਹ ਮਹਾਂਪੁਰਖ ਬੈਠੇ ਨੇ, ਜਾਂ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਆ, ਤੇਰਾ ਭਲਾ ਹੋ ਜਾਵੇਗਾ। ਤਾਂ ਉਸ ਸਮੇਂ ਉਹ ਇਸਤਰੀ ਭਗਤ ਨਾਮਦੇਵ ਜੀ ਦੇ ਕੋਲ ਆ ਗਈ, ਚਰਨਾਂ 'ਤੇ ਨਮਸਕਾਰ ਕੀਤੀ। ਸਤੀ ਹੋਣ ਵਾਸਤੇ ਆਪਣੇ ਸਰੀਰ 'ਤੇ ਉਹੋ ਜਿਹੇ ਵਸਤਰ ਪਹਿਨੇ ਹੋਏ ਸਨ। ਭਗਤ ਜੀ ਨੇ ਜਦੋਂ ਉਸ ਨੂੰ ਦੇਖਿਆ ਤੇ ਬਚਨ ਕੀਤਾ, ਸੁਹਾਗਣ ਰਹੋ। ਇਹ ਜਦੋਂ ਬਚਨ ਕੀਤਾ ਤੇ ਉਹ ਇਸਤਰੀ ਕਹਿਣ ਲੱਗੀ, ਮਹਾਰਾਜ ਮੇਰਾ ਪਤੀ ਤਾਂ ਚੜ੍ਹਾਈ ਕਰ ਗਿਆ ਹੈ, ਪਰ ਤੁਸੀਂ ਇਹ ਬਚਨ ਕੀਤਾ ਹੈ ਤਾਂ ਹੁਣ ਪੂਰਾ ਕਰੋ। ਭਗਤ ਜੀ ਨੇ ਦੇਖਿਆ ਵੀ ਅਸੀਂ ਬਚਨ ਤਾਂ ਕਰ ਦਿੱਤਾ ਹੈ, ਪਰ ਇਹ ਸਹੀ ਨਹੀਂ ਹੈ। ਤਾਂ ਉਸ ਸਮੇਂ ਸਾਧ ਸੰਗਤ ਉਸ ਇਸਤਰੀ ਨੇ ਕਿਹਾ, ਮਹਾਰਾਜ ਪਰਮਾਤਮਾ ਦੇ ਭਗਤ ਜੋ ਬੋਲਦੇ ਨੇ ਉਹ ਸੱਚ ਹੁੰਦਾ ਹੈ, ਇਸ ਲਈ ਕਿਰਪਾ ਕਰੋ। ਤਾਂ ਉਸ ਸਮੇਂ ਸਾਧ ਸੰਗਤ ਜਿਹੜਾ ਉਹ ਮੁਰਦਾ ਸੀ ਉਸ ਨੂੰ ਕੋਲ ਲੈ ਕੇ ਆਂਦਾ ਤੇ ਉਸ 'ਤੇ ਜਲ ਦਾ ਛਿੱਟਾ ਦਿੱਤਾ ਗਿਆ। ਉਸੇ ਸਮੇਂ ਉਹ ਉੱਠ ਕਰਕੇ ਬੈਠ ਗਿਆ। ਇਹ ਸਭ ਕੁਝ ਦੇਖ ਕਰਕੇ ਸਾਰੇ ਬੜੇ ਹੈਰਾਨ ਹੋਏ ਤੇ ਭਗਤ ਜੀ ਦੀ ਜੈ ਜੈਕਾਰ ਹੋਣ ਲੱਗ ਪਈ। ਭਗਤ ਜੀ ਦਾ ਜਸ ਚਾਰੇ ਪਾਸੇ ਫੈਲ ਗਿਆ। ਉੱਧਰ ਜਿਹੜਾ ਸਲੀਮ ਸ਼ਾਹ ਬਾਦਸ਼ਾਹ ਸੀ ਉਸ ਸਮੇਂ ਦਾ, ਇਸ ਦੀ ਗਊ ਮਰ ਗਈ। ਜਦੋਂ ਗਊ ਮਰ ਗਈ ਤੇ ਕਿਸੇ ਨੇ ਸ਼ਿਕਾਇਤ ਕੀਤੀ, ਜਿਹੜੇ ਈਰਖਾ ਕਰਦੇ ਸਨ ਭਗਤ ਨਾਮਦੇਵ ਜੀ ਦੇ ਨਾਲ, ਕਿ ਰਾਜਨ ਇਹ ਗਊ ਤੇਰੀ ਬੜੀ ਪਿਆਰੀ ਸੀ, ਇਹਦਾ ਛੋਟਾ ਜਿਹਾ ਵੱਛਾ ਹੈ, ਤੇ ਜੇ ਤੂੰ ਭਗਤ ਨਾਮਦੇਵ ਜੀ ਨੂੰ ਕਹਿ ਦਵੇਂ ਤਾਂ ਉਹ ਤੇਰੀ ਗਊ ਜਿਉਂਦੀ ਕਰ ਦੋ। ਤੇ ਰਾਜੇ ਨੂੰ ਉਸ ਸਮੇਂ ਸੁਝਿਆ ਕਿ ਇੱਕ ਤਾਂ ਕਰਾਮਾਤ ਦੇਖਾਂਗੇ। ਭਗਤ ਨਾਮਦੇਵ ਜੀ ਨੂੰ ਬੁਲਾਇਆ ਗਿਆ। ਭਗਤ ਜੀ ਨੂੰ ਕਿਹਾ ਕਿ ਤੁਸੀਂ ਗਊ ਜਿਉਂਦੀ ਕਰ ਦਿਓ। ਭਗਤ ਨਾਮਦੇਵ ਜੀ ਕਹਿਣ ਲੱਗੇ, ਮੇਰਾ ਕੀਤਾ ਕੁਝ ਨਹੀਂ ਹੁੰਦਾ। ਜੇ ਤੁਸੀਂ ਉਸ ਗੱਲ ਨੂੰ ਲੈ ਕੇ ਬੈਠੇ ਹੋ ਕਿ ਮੈਂ ਇੱਕ ਮਨੁੱਖ ਨੂੰ ਜਿਉਂਦੇ ਕਰ ਦਿੱਤਾ, ਉਹ ਵੀ ਮੇਰੇ ਵੱਸ ਵਿੱਚ ਨਹੀਂ ਸੀ, ਉਹ ਤਾਂ ਪਰਮਾਤਮਾ ਨੇ ਕੀਤਾ ਹੈ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜੋ ਪਰਮਾਤਮਾ ਕਰਦਾ ਉਹੀ ਹੁੰਦਾ ਹੈ।
ਪਰ ਰਾਜੇ ਨੇ ਸਾਧ ਸੰਗਤ ਆਪਣੀ ਤਾਕਤ ਵਰਤਣ ਵਾਸਤੇ ਭਗਤ ਜੀ ਨੂੰ ਰੱਸੀਆਂ ਦੇ ਨਾਲ ਬੰਨ੍ਹ ਦਿੱਤਾ। ਕਿਹਾ ਕਿ ਤੈਨੂੰ 7 ਘੜੀਆਂ ਦਾ ਸਮਾਂ ਦਿੰਨੇ ਆ, ਤੇ ਜੇ ਤੂੰ ਨਾ ਗਊ ਜਿਉਂਦੀ ਕੀਤੀ ਨਾ ਤੇ ਫਿਰ ਤੈਨੂੰ ਮਾਰ ਦਿੱਤਾ ਜਾਵੇਗਾ। ਇਸ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਬੰਨ੍ਹ ਕਰਕੇ ਰਾਜਾ ਆਪ ਚਲਿਆ ਗਿਆ। ਤੇ ਉਧਰ ਜਦੋਂ 7 ਘੜੀਆਂ ਬਤੀਤ ਹੋ ਗਈਆਂ, 7 ਘੜੀ ਜਬ ਬੀਤੀ ਸੁਣੀ, ਅਜੋ ਨਾ ਆਏ ਤ੍ਰਿਭਵਨ ਧਣੀ, ਪਾਖੰਤਨ ਬਾਜ ਬਜਾਏ ਲਾ, ਗਰੜ ਚੜੇ ਗੋਬਿੰਦ ਆਏ ਲਾ। ਪਰਮੇਸ਼ਰ ਵਾਹਿਗੁਰੂ ਨੇ ਦਰਸ਼ਨ ਬਖਸ਼ੇ ਔਰ ਭਗਤ ਜੀ ਨੂੰ ਬਚਨ ਕੀਤਾ ਕਿ ਦੱਸੋ, ਜੇ ਤੁਸੀਂ ਕਹੋ ਤਾਂ ਮੈਂ ਹੁਣੇ ਧਰਤੀ ਨੂੰ ਪੁੱਠੀ ਕਰ ਦੇਣਾ। ਜਿੰਨੇ ਸਾਰੇ ਧਰਤੀ ਤੇ ਜੀਵ ਨੇ ਇਹਨਾਂ ਦੀ ਜਾਨ ਮੁੱਠੀ ਵਿੱਚ ਲੈ ਲੈਣਾ, ਹੁਣੇ ਇਹਨਾਂ ਦੀ ਜਾਨ ਕੱਢ ਦੇਣਾ। ਤੇ ਭਗਤ ਜੀ ਕਹਿਣ ਲੱਗੇ, ਹੇ ਪ੍ਰਭੂ ਕਿਰਪਾ ਕਰੋ, ਜੇ ਤੁਸੀਂ ਪ੍ਰਸੰਨ ਹੋਏ ਹੋ ਨਾ ਤਾਂ ਫਿਰ ਇਸ ਗਊ ਨੂੰ ਜਿਉਂਦੀ ਕਰ ਦਿਓ, ਕਿਉਂਕਿ ਜਿਹੜਾ ਇਹਦਾ ਬੱਚਾ ਹੈ ਉਹ ਆਪਣੀ ਮਾਂ ਦੇ ਦੁੱਧ ਤੋਂ ਬਿਨਾਂ ਮਰ ਰਿਹਾ ਹੈ। ਤਾਂ ਉਸ ਸਮੇਂ ਵਾਹਿਗੁਰੂ ਪਰਮੇਸ਼ਰ ਨੇ ਐਸੀ ਕਿਰਪਾ ਕੀਤੀ, ਉਹ ਗਊ ਜਿਉਂਦੀ ਹੋ ਗਈ। ਫਿਰ ਸਾਧ ਸੰਗਤ ਉਸ ਗਊ ਦਾ ਬੱਚੇ ਨੇ ਦੁੱਧ ਚੁੰਘਣਾ ਕੀਤਾ, ਤੇ ਇੱਧਰੋਂ ਜਿਹੜਾ ਰਾਜਾ ਆਪਣੇ ਮਹਿਲਾਂ ਵਿੱਚ ਗਿਆ ਸੀ, ਉਹਦੇ ਪੇਟ ਵਿੱਚ ਸੂਲ ਪੈਦਾ ਹੋ ਗਈ। ਸੂਲ ਦਾ ਰੋਗ ਪਿਛਲੇ ਸਮਿਆਂ ਵਿੱਚ ਮੌਤ ਦਾ ਕਾਰਨ ਵੀ ਬਣ ਜਾਂਦਾ ਸੀ। ਪੇਟ ਵਿੱਚ ਐਸਾ ਦਰਦ ਪੈਦਾ ਹੋਣਾ ਕਿ ਇਨਸਾਨ ਦੀ ਮੌਤ ਤੱਕ ਹੋ ਜਾਂਦੀ ਸੀ। ਜਦੋਂ ਰਾਜੇ ਨੂੰ ਸੂਲ ਪੈਦਾ ਹੋ ਗਈ ਤੇ ਉਸ ਸਮੇਂ ਇਹਦੇ ਵੈਦਾਂ ਨੇ ਬੜੇ ਉਪਾਅ ਕੀਤੇ। ਜਿਹੜੇ ਜਾਦੂ ਟੂਣੇ ਕਰਨ ਵਾਲੇ ਸਨ ਉਹਨਾਂ ਨੇ ਵੀ ਬੜਾ ਕੁਝ ਕੀਤਾ, ਪਰ ਕੁਝ ਵੀ ਹੱਲ ਨਾ ਹੋਇਆ। ਫਿਰ ਇਹਨਾਂ ਨੂੰ ਸਮਝ ਪਈ ਵੀ ਅਸੀਂ ਭਗਤ ਨਾਮਦੇਵ ਜੀ ਨੂੰ ਦੁੱਖ ਦਿੱਤਾ। ਭਗਤ ਜੀ ਨੂੰ ਬੁਲਾਇਆ ਗਿਆ। ਰਾਜੇ ਨੇ ਬੇਨਤੀਆਂ ਕੀਤੀਆਂ, ਮਹਾਰਾਜ ਬਖਸ਼ ਲਓ। ਤੇ ਉਸ ਸਮੇਂ ਭਗਤ ਜੀ ਨੇ ਫਿਰ ਪ੍ਰਭੂ ਅੱਗੇ ਬੇਨਤੀ ਕੀਤੀ ਤੇ ਰਾਜੇ ਦਾ ਰੋਗ ਦੂਰ ਹੋ ਗਿਆ। ਰਾਜਾ ਭਗਤ ਜੀ ਦੇ ਚਰਨੀ ਲੱਗੇ, ਕਹੇ ਕਿ ਮਹਾਰਾਜ ਤੁਸੀਂ ਸਭ ਕੁਝ ਹੋ। ਭਗਤ ਜੀ ਦਾ ਸ਼ਰਧਾਲੂ ਬਣ ਗਿਆ। ਤੇ ਉਸ ਸਮੇਂ ਭਗਤ ਜੀ ਕਹਿਣ ਲੱਗੇ, ਰਾਜਨ ਇਹ ਜਿਹੜਾ ਕੁਝ ਕੁ ਪ੍ਰਤਿਆਵਾ ਪਰਮੇਸ਼ਰ ਨੇ ਦਿਖਾਇਆ, ਇਸ ਦਾ ਮਤਲਬ ਇਹ ਹੈ ਵੀ ਤੂੰ ਅੱਗੇ ਵਾਸਤੇ ਸਹੀ ਢੰਗ ਦੇ ਨਾਲ ਰਾਜ ਕਰਨਾ ਕਰ, ਸੀਲ ਸੁਭਾਅ ਰੱਖਣਾ ਕਰ। ਸਾਚ ਸੀਲ ਚੱਲ ਹੋ ਸੁਲਤਾਨ, ਸੱਚ ਦੇ ਰਾਹ ਤੇ ਚੱਲਣਾ ਕਰ। ਵਾਹਿਗੁਰੂ ਦੇ ਹੁਕਮ ਵਿੱਚ ਜੀਵਨ ਬਤੀਤ ਕਰ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਭਗਤ ਹੁੰਦੇ ਨੇ ਉਹ ਪਰਮਾਤਮਾ ਵਰਗੇ ਹੀ ਹੁੰਦੇ ਨੇ। ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੀ। ਅਬ ਜਨ ਉਪਰ ਕੋ ਨਾ ਪੁਕਾਰੈ। ਹੁਣ ਪਰਮੇਸ਼ਰ ਦੇ ਪਿਆਰੇ ਉੱਪਰ ਕੋਈ ਪੁਕਾਰ ਨਹੀਂ ਕਰ ਸਕਦਾ, ਭਾਵ ਉਹਨੂੰ ਕੋਈ ਦੋਸ਼ ਨਹੀਂ ਲਾ ਸਕਦਾ, ਉਹਦੇ ਤੇ ਕੋਈ ਆਪਣਾ ਜ਼ੁਲਮ ਨਹੀਂ ਕਰ ਸਕਦਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਦੀ ਹਰ ਸਮੇਂ ਪ੍ਰਤਪਾਲਨਾ ਰੱਖਿਆ ਕਰਦਾ ਹੈ। ਜੇ ਕੋਈ ਪਰਮੇਸ਼ਰ ਦੇ ਪਿਆਰਿਆਂ ਦੇ ਉੱਪਰ ਆਪਣਾ ਹੁਕਮ ਕਰਨ ਵਾਸਤੇ, ਕੋਈ ਪੁਕਾਰ ਕਰਨ ਵਾਸਤੇ ਉਦਮ ਵੀ ਕਰਦਾ ਹੈ, ਤਾਂ ਗੁਰ ਪਰਮੇਸ਼ਰ, ਪਰਮੇਸ਼ਰ ਸਰੂਪ ਗੁਰੂ ਸਤਿਗੁਰੂ ਜੀ ਉਸ ਦੇ ਤਾਈਂ ਮਾਰ ਦਿੰਦੇ ਨੇ। ਮਾਰਨ ਤੋਂ ਭਾਵ ਉਹਨੂੰ ਗਿਰਾਵਟ ਪ੍ਰਾਪਤ ਹੁੰਦੀ ਹੈ। ਜੇ ਕੋਈ ਪਰਮਾਤਮਾ ਦੇ ਪਿਆਰਿਆਂ ਦਾ ਦੋਸ਼ੀ ਵੀ ਹੈ ਨਾ, ਤੇ ਮਹਾਰਾਜ ਕਹਿੰਦੇ ਉਹ ਆਪ ਹੀ ਦੁਖੀ ਹੋ ਜਾਂਦਾ ਹੈ। ਜਿਵੇਂ ਭਗਤ ਰਵਿਦਾਸ ਜੀ ਨੂੰ ਦੇਖੋ, ਉਸ ਸਮੇਂ ਜਿਹੜੇ ਬ੍ਰਾਹਮਣ ਲੋਕ ਸਨ ਉਹਨਾਂ ਨੇ ਸਾਧ ਸੰਗਤ ਬੜੀ ਨਿੰਦਿਆ ਕੀਤੀ। ਭਗਤ ਜੀ ਨੂੰ
ਦੁੱਖ ਦੇਣ ਵਾਸਤੇ, ਨਿਰਾਸ਼ ਕਰਨ ਵਾਸਤੇ ਕਈ ਯਤਨ ਕੀਤੇ। ਚਤੌੜ ਰਾਜੇ ਦੀ ਰਾਣੀ ਨੇ ਭਗਤ ਜੀ ਨੂੰ ਆਪਣੇ ਜੱਗ ਦੇ ਵਿੱਚ ਸੱਦਣਾ ਕੀਤਾ। ਬੜੇ ਸਤਿਕਾਰ ਦੇ ਨਾਲ ਸੇਵਾ ਕੀਤੀ, ਪਰ ਪੰਡਤ ਬੜੇ ਦੁਖੀ ਸਨ ਕਿ ਇਹ ਨੀਵੀਂ ਜਾਤ ਦਾ ਸਾਡੇ ਵਿੱਚ ਕਿਉਂ ਆ ਕੇ ਬੈਠ ਗਿਆ। ਉਹਨਾਂ ਨੇ ਰਾਣੀ ਨੂੰ ਕਿਹਾ ਕਿ ਅਸੀਂ ਸ਼ਰਾਪ ਦੇ ਦਾਂਗੇ, ਤੁਹਾਡਾ ਸਭ ਕੁਝ ਨਾਸ ਹੋ ਜਾਵੇਗਾ, ਕਿਉਂਕਿ ਤੁਸੀਂ ਇੱਕ ਨੀਵੀਂ ਜਾਤ ਦੇ ਮਨੁੱਖ ਨੂੰ ਸਾਡੇ ਬਰਾਬਰ ਹੱਕ ਦੇ ਰਹੇ ਹੋ, ਸਾਡੇ ਬਰਾਬਰ ਉਹਦੀ ਸੇਵਾ ਹੋ ਰਹੀ ਹੈ। ਤਾਂ ਉਸ ਸਮੇਂ ਸਾਧ ਸੰਗਤ ਇਹਨਾਂ ਨੇ ਜੱਗ ਖਾਣ ਤੋਂ ਮਨਾ ਕਰ ਦਿੱਤਾ। ਭਗਤ ਰਵਿਦਾਸ ਜੀ ਨੂੰ ਪਤਾ ਲੱਗਿਆ। ਭਗਤ ਜੀ ਆਪ ਹੀ ਉੱਠ ਕਰਕੇ ਆਪਣੇ ਤੰਬੂ ਵਿੱਚ ਚਲੇ ਗਏ। ਕਿਹਾ ਕਿ ਰਾਣੀ, ਤੂੰ ਇਹਨਾਂ ਨੂੰ ਵੱਖਰੀ ਰਸਤ ਦੇ ਦੇ, ਇਹ ਆਪਣਾ ਭੋਜਨ ਆਪ ਤਿਆਰ ਕਰਕੇ ਛਕ ਲੈਣ। ਤੇ ਜਦੋਂ ਸਾਧ ਸੰਗਤ ਸਾਰੇ ਬ੍ਰਾਹਮਣ ਭੋਜਨ ਛਕਣ ਲੱਗੇ ਨਾ, ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗੇ ਕਿ ਭਗਤ ਰਵਿਦਾਸ ਮੇਰੇ ਨਾਲ ਬੈਠਾ। ਕੋਈ ਕਹੇ ਭਗਤ ਜੀ ਮੇਰੇ ਨਾਲ ਬੈਠੇ ਨੇ, ਕੋਈ ਕਹਿੰਦੇ ਮੇਰਾ ਸਾਹਮਣੇ ਬੈਠੇ ਨੇ। ਉਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਹੀ ਨਜ਼ਰ ਆਵੇ ਤੇ ਰੌਲਾ ਪੈ ਗਿਆ। ਉਸ ਸਮੇਂ ਰਾਣੀ ਕਹਿਣ ਲੱਗੀ, ਭਗਤ ਜੀ ਤਾਂ ਆਪਣੇ ਤੰਬੂ ਵਿੱਚ ਬੈਠੇ ਪਰਮਾਤਮਾ ਦੇ ਗੁਣ ਗਾ ਰਹੇ। ਜਦੋਂ ਭਗਤ ਜੀ ਦੇ ਦਰਸ਼ਨ ਕੀਤੇ, ਸਾਰੇ ਬ੍ਰਾਹਮਣ ਭਗਤ ਜੀ ਦੇ ਚਰਨੀ ਪੈ ਗਏ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੋਸਈਆ ਮੇਰਾ, ਮਾਥੈ ਛਤਰ ਧਰੈ, ਨੀਚ ਹੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਉਸ ਸਮੇਂ ਭਗਤ ਜੀ ਨੇ ਇਹ ਪਰਮਾਤਮਾ ਦੀ ਵਡਿਆਈ ਕੀਤੀ, ਹੇ ਪ੍ਰਭੂ, ਤੂੰ ਆਪਣੇ ਭਗਤਾਂ ਦੀ ਆਪ ਪ੍ਰਤਿਪਾਲਨਾ ਕਰਦਾ, ਰੱਖਿਆ ਕਰਦਾ, ਉਹਨਾਂ ਨੂੰ ਵਡਿਆਈ ਬਖਸ਼ਦਾ। ਅਬ ਵਿਪਰ ਪ੍ਰਧਾਨ ਤਿਹ ਕਰਹਿ ਡੰਡੌਤ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾਨ ਦਸ। ਪਰਮੇਸ਼ਰ ਦੇ ਪਿਆਰੇ ਨੂੰ ਕੋਈ ਦੁੱਖ ਨਹੀਂ ਦੇ ਸਕਦਾ, ਕਿਉਂਕਿ ਵਾਹਿਗੁਰੂ ਉਸ ਦੀ ਪ੍ਰਤਿਪਾਲਨਾ ਕਰਦਾ। ਦੇਖੋ ਭਗਤ ਪ੍ਰਹਿਲਾਦ ਜੀ, ਇੱਥੇ ਸਾਧ ਸੰਗਤ ਜਿਸ ਬੱਚੇ ਦਾ ਪਿਤਾ ਹੀ ਉਸ ਨੂੰ ਮਾਰਨਾ ਚਾਹੇ ਨਾ, ਫਿਰ ਕੌਣ ਰੱਖਿਆ ਕਰ ਸਕਦਾ ਹੈ। ਪਰ ਭਗਤ ਪ੍ਰਹਿਲਾਦ ਜੀ ਨੂੰ ਪਰਮੇਸ਼ਰ ਨੇ ਹਰ ਥਾਂ ਤੇ ਰੱਖਣਾ ਕੀਤਾ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ, ਭਾਈ ਪੁਕਾਰਨ ਕੋ ਜੋ ਉੱਤਮ ਕਰਤਾ। ਜੇ ਕੋਈ ਪਰਮੇਸ਼ਰ ਦੇ ਪਿਆਰਿਆਂ ਨੂੰ ਦੁੱਖ ਦੇਣ ਵਾਸਤੇ ਚੁਗਲੀ ਕਰਦਾ, ਕੋਈ ਢੰਗ ਰਚ ਲੈਂਦਾ ਵੀ ਕਿਸ ਤਰ੍ਹਾਂ ਇਹਨਾਂ ਨੂੰ ਦੁੱਖ ਦਿੱਤਾ ਜਾਵੇ, ਕਿਵੇਂ ਇਹਨਾਂ ਦੀ ਨਿੰਦਿਆ ਹੋਵੇ, ਗੁਰ ਪਰਮੇਸ਼ਰ ਤਾ ਕੋ ਮਾਰੈ। ਜੋ ਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹਨਾਂ ਦੇ ਤਾਈ ਮਾਰ ਦਿੰਦਾ ਹੈ। ਭਾਵ ਉਹਨਾਂ ਨੂੰ ਨਿਰਾਸ਼ਤਾ ਪ੍ਰਾਪਤ ਹੁੰਦੀ ਹੈ, ਗਿਰਾਵਟ ਹੁੰਦੀ ਹੈ। ਅੰਤ ਨੂੰ ਉਹ ਦੁਖੀ ਹੋ ਕਰਕੇ ਆਪਣੇ ਕੀਤੇ ਦਾ ਫਲ ਆਪ ਹੀ ਭੋਗ ਲੈਂਦੇ ਹਨ। ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਜਿਹੜੇ ਪਰਮਾਤਮਾ ਦੇ ਭਗਤ ਨੇ, ਸੇਵਕ ਨੇ, ਉਹ ਸਾਧ ਸੰਗਤ ਨਿਰਵੈਰ ਹਨ, ਕਿਸੇ ਨਾਲ ਵੈਰ ਨਹੀਂ ਕਰਦੇ। ਦੇਖੋ ਭਗਤ ਨਾਮਦੇਵ ਜੀ ਦੇ ਨਾਲ ਰਾਜੇ ਨੇ ਕਿੰਨਾ ਵੈਰ ਕੀਤਾ ਸੀ, ਪਰ ਅੰਤ ਨੂੰ ਸੇਵਕ ਬਣ ਗਿਆ। ਫਿਰ ਵੀ ਭਗਤ ਨਾਮਦੇਵ ਜੀ ਨੇ ਉਹਨੂੰ ਕੋਈ ਸ਼ਰਾਪ ਨਹੀਂ ਦਿੱਤਾ। ਇਸ ਤਰ੍ਹਾਂ ਜਿਹੜੇ ਪ੍ਰਭੂ ਦੇ ਪਿਆਰੇ ਹੁੰਦੇ ਨੇ, ਉਹਨਾਂ ਦੇ ਨਾਲ ਕਈ ਲੋਕ ਵੈਰ ਕਰਦੇ ਨੇ। ਹਰ ਦਰਗਾਹ ਹੈ ਉਹ ਹਾਰ ਹੈ, ਪਰ ਜਿਹੜੇ ਵੈਰ ਕਰਨ ਵਾਲੇ ਨੇ, ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦੀ ਦਰਗਾਹ ਵਿੱਚ ਉਹ ਹਾਰ ਜਾਂਦੇ ਨੇ। ਇੱਥੇ ਦੁਨੀਆ ਵਿੱਚ ਤਾਂ ਕਈ ਤਰ੍ਹਾਂ ਦੇ ਛਲ ਫਰੇਬ ਕਰਕੇ, ਧੋਖਾ ਕਰਕੇ ਚਲੇ ਜਾਂਦੇ ਨੇ, ਪਰ ਪਰਮਾਤਮਾ ਦੀ ਦਰਗਾਹ ਵਿੱਚ ਕੁਝ ਨਹੀਂ ਚੱਲਦਾ। ਉੱਥੇ ਤਾਂ ਸੱਚ ਸੱਚ ਬਣ ਜਾਂਦਾ ਹੈ, ਜਿਹੜਾ ਝੂਠ ਹੈ ਉਹ ਪਾਸੇ ਹੋ ਜਾਂਦਾ ਹੈ। ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਗੁਰਮੁਖ ਨੇ, ਉਹਨਾਂ ਦੀ ਸਦਾ ਜੈ ਜੈਕਾਰ ਹੁੰਦੀ ਹੈ। ਹਰ ਜਨ ਰਾਮ ਨਾਮ ਗੁਣ ਗਾਵੈ,
ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਜੇ ਪਰਮੇਸ਼ਰ ਦੇ ਪਿਆਰਿਆਂ ਦੀ ਕੋਈ ਨਿੰਦਿਆ ਵੀ ਕਰਦਾ ਹੈ ਨਾ, ਉਹਨਾਂ ਦੇ ਨਾਲ ਈਰਖਾ ਕਰਦਾ ਹੈ ਸਾਧ ਸੰਗਤ, ਤਾਂ ਪਰਮਾਤਮਾ ਦੇ ਪਿਆਰੇ ਆਪਣਾ ਗੁਣ ਨਹੀਂ ਗਵਾਉਂਦੇ। ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਨੇ ਕਿੰਨਾ ਵੈਰ ਰਚਾਇਆ ਸੀ। ਪਹਿਲਾਂ ਸਤਿਗੁਰਾਂ ਦੇ ਨਾਲ ਵੈਰ ਕਰਦਾ ਰਿਹਾ ਸਾਧ ਸੰਗਤ। ਸਰਕਾਰੀ ਦਰਬਾਰੇ ਜਾ ਕੇ ਪੈਸੇ ਦੇ ਕੇ, ਲਾਲਚ ਦੇ ਕਰਕੇ ਉਹਨਾਂ ਲੋਕਾਂ ਨੂੰ ਗੁਰੂ ਸਾਹਿਬਾਂ ਦੇ ਵਿਰੋਧੀ ਕਰਨਾ ਕੀਤਾ। ਸਲੀਮ ਖਾਂ ਤੇ ਸੁਲੱਭੀ ਖਾਂ ਵਰਗਿਆਂ ਨੂੰ ਚੜ੍ਹਾ ਕਰਕੇ ਲਿਆਉਣਾ ਕੀਤਾ। ਪਰ ਸਤਿਗੁਰੂ ਮਹਾਰਾਜ ਜੀ ਨੇ ਕਿਸੇ ਨਾਲ ਵੈਰ ਨਹੀਂ ਕੀਤਾ ਔਰ ਨਾ ਹੀ ਕਦੇ ਆਪਣੇ ਭਰਾਤਾਂ ਨੂੰ ਕੁਝ ਮਾੜਾ ਆਖਿਆ। ਇਸ ਤਰ੍ਹਾਂ ਦੇ ਪ੍ਰਭੂ ਦੇ ਪਿਆਰੇ ਹੁੰਦੇ ਨੇ। ਨਰਵੈਰੈ ਸੰਗ ਵੈਰ ਰਚਾਵੈ। ਜੇ ਕੋਈ ਪਰਮਾਤਮਾ ਦੇ ਪਿਆਰੇ ਦੇ ਨਾਲ ਵੈਰ ਵੀ ਰਚਾ ਲਵੇ, ਵੈਰ ਪੈਦਾ ਕਰ ਲਵੇ, ਹਰ ਦਰਗਹ ਹੈ ਉਹ ਹਾਰੈ। ਪਰਮੇਸ਼ਰ ਦੀ ਦਰਗਾਹ ਵਿੱਚ ਉਹ ਹਾਰ ਜਾਂਦਾ ਹੈ, ਉਸ ਨੂੰ ਸਫਲਤਾ ਨਹੀਂ ਮਿਲਦੀ। ਆਦ ਜੁਗਾਦ ਕਰਤੀ ਵਡਿਆਈ, ਜਨ ਕੀ ਪੈਜ ਸਵਾਰੈ। ਆਦ ਤੋਂ, ਆਦ ਕਹਿੰਦੇ ਮੁੱਢ ਵਿੱਚ, ਜੁਗਾਦ ਕਹਿੰਦੇ ਜੁਗਾਂ ਦੇ ਆਦ ਵਿੱਚ, ਭਾਵ ਹਰ ਸਮੇਂ ਪਰਮੇਸ਼ਰ ਦੀ ਹੀ ਸੰਸਾਰ ਵਿੱਚ ਵਡਿਆਈ ਹੈ। ਜਨ ਕੀ ਪੈਜ ਸਵਾਰੈ। ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਆਪਣੇ ਭਗਤਾਂ ਦੀ ਪੈਜ ਸਵਾਰ ਦਿੰਦਾ ਹੈ, ਉਹਨਾਂ ਦੀ ਪੈਜ ਰੱਖਦਾ ਹੈ। ਕਈ ਵਾਰ ਐਸੇ ਮਨੁੱਖ ਵੀ ਹੁੰਦੇ ਨੇ ਜਿਹੜੇ ਆਪਣੇ ਜ਼ੋਰ ਤਾਕਤ ਦੇ ਨਾਲ ਕਿਸੇ ਭਲੇ ਮਨੁੱਖ ਦਾ, ਪਰਮੇਸ਼ਰ ਦੇ ਪਿਆਰੇ ਦਾ ਨੁਕਸਾਨ ਕਰਨਾ ਚਾਹੁੰਦੇ। ਪਰ ਸਮਾਂ ਐਸਾ ਹੁੰਦਾ ਹੈ ਸਾਧ ਸੰਗਤ ਕਿ ਵਾਹਿਗੁਰੂ ਪਰਮੇਸ਼ਰ ਆਪ ਹੀ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਆਪ ਹੀ ਉਹਨਾਂ ਨੂੰ ਉਹਨਾਂ ਦੇ ਜਾਲ ਵਿੱਚੋਂ ਕੱਢ ਲੈਂਦਾ ਹੈ। ਜਿਹੜੇ ਵੈਰੀ ਹੁੰਦੇ ਨੇ ਨਾ, ਜਿਹੜੇ ਦੁੱਖ ਦੇਣ ਵਾਲੇ ਹੁੰਦੇ ਨੇ, ਉਹਨਾਂ ਦੇ ਵਿੱਚੋਂ ਆਪ ਹੀ ਪਰਮਾਤਮਾ ਐਸੀ ਕਿਰਪਾ ਕਰਕੇ ਬਚਾ ਲੈਣਾ ਕਰਦਾ ਹੈ। ਇਹ ਵਾਹਿਗੁਰੂ ਦੀ ਵਡਿਆਈ ਹੈ ਆਦ ਜੁਗਾਦ ਤੋਂ। ਜਿਵੇਂ ਦੇਖੀਏ ਸਤਿਗੁਰੂ ਨਾਨਕ ਦੇਵ ਮਹਾਰਾਜ ਜਿਸ ਸਮੇਂ ਸੰਸਾਰ ਦੇ ਭਲੇ ਵਾਸਤੇ 4 ਉਦਾਸੀਆਂ ਕਰਦੇ ਨੇ ਔਰ ਸਤਿਗੁਰਾਂ ਦੇ ਨਾਲ ਭਾਈ ਮਰਦਾਨਾ ਜੀ ਜਾਂਦੇ ਨੇ। ਭਾਈ ਮਰਦਾਨਾ ਜੀ ਨੂੰ ਕਈ ਥਾਵਾਂ 'ਤੇ, ਭਾਵੇਂ ਉਹ ਕੌਡਾ ਰਾਖਸ਼ ਸੀ ਜਿਸ ਨੇ ਮਾਰਨ ਵਾਸਤੇ ਕਈ ਤਰ੍ਹਾਂ ਦੇ ਯਤਨ ਕੀਤੇ, ਔਰ ਭਾਈ ਮਰਦਾਨਾ ਜੀ ਨੂੰ ਗਰਮ ਕੜਾਹੇ ਵਿੱਚ ਪਾ ਕਰਕੇ ਤਲਣ ਵਾਸਤੇ ਵੀ ਕੋਸ਼ਿਸ਼ ਕੀਤੀ, ਪਰ ਸਤਿਗੁਰੂ ਮਹਾਰਾਜ ਜੀ ਨੇ ਆਪ ਹੀ ਉੱਥੇ ਪਹੁੰਚ ਕਰਕੇ ਭਾਈ ਮਰਦਾਨਾ ਜੀ ਦੀ ਵੀ ਰੱਖਿਆ ਕੀਤੀ ਅਤੇ ਜਿਹੜਾ ਉਹ ਕੌਡਾ ਰਾਖਸ਼ ਸੀ ਉਹਦਾ ਵੀ ਭਲਾ ਕਰ ਦਿੱਤਾ। ਗੁਰੂ ਐਸਾ ਸਮਰੱਥ ਹੈ, ਆਪਣੇ ਪਿਆਰਿਆਂ ਦੀ ਪੈਜ ਵੀ ਰੱਖਦਾ ਹੈ, ਸਵਾਰਦਾ ਹੈ, ਸੰਸਾਰ ਵਿੱਚ ਵੀ ਔਰ ਅੱਗੇ ਪਰਲੋਕ ਵਿੱਚ ਵੀ। ਸਤਿਗੁਰੂ ਮਹਾਰਾਜ ਕਹਿੰਦੇ ਇਹ ਆਦ ਜੁਗਾਦ ਵਿੱਚ ਹੈ। ਆਦ ਸਮਾਂ ਕਹਿ ਲਈਏ ਜਿਹੜਾ ਪਹਿਲਾਂ ਦਾ ਸਮਾਂ ਸੀ, ਪਹਿਲਾਂ ਦਾ ਸਮਾਂ ਕਹਿ ਲਈਏ ਜਦੋਂ ਅਸੀਂ ਗੁਰੂ ਵਾਲੇ ਨਹੀਂ ਬਣੇ ਸੀ, ਅਤੇ ਜਿਹੜਾ ਹੁਣ ਯੁੱਗ ਆਦ, ਜਿਹੜਾ ਜਦੋਂ ਅਸੀਂ ਗੁਰੂ ਨਾਲ ਜੁੜ ਗਏ, ਜਦੋਂ ਕੋਈ ਪਰਮਾਤਮਾ ਦੀ ਬੰਦਗੀ ਕਰਦਾ ਹੈ ਅਤੇ ਫਿਰ ਪਰਮੇਸ਼ਰ ਵਾਹਿਗੁਰੂ ਆਪ ਆਪਣੇ ਭਗਤਾਂ ਦੀ ਪੈਜ ਸਵਾਰ ਲੈਂਦਾ, ਟੁੱਟੀ ਕੱਢ ਲੈਂਦਾ ਹੈ। ਜਿਵੇਂ ਸਤਿਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਹਾਂ ਸਿੰਘ ਦੀ ਟੁੱਟੀ ਗੰਢੀ ਸੀ ਨਾ। ਦੇਖੋ ਭਾਈ ਮਹਾਂ ਸਿੰਘ, ਜਦੋਂ ਸਤਿਗੁਰੂ ਮਹਾਰਾਜ ਕਹਿੰਦੇ ਮਹਾਂ ਸਿੰਘ ਕੁਝ ਮੰਗ ਲੈ, ਕਹਿੰਦੇ ਮਹਾਰਾਜ ਕਿਰਪਾ ਕਰੋ, ਉਹ ਜਿਹੜੀ ਸਾਡੇ ਕੋਲੋਂ ਗਲਤੀ ਹੋ ਗਈ ਸੀ ਨਾ ਉਹ ਬਖਸ਼ ਲਓ, ਉੱਥੇ ਸਾਡੀ ਪੈਜ ਰੱਖ ਲਓ। ਅਤੇ ਗੁਰੂ ਮਹਾਰਾਜ ਜੀ ਨੇ ਜਿਹੜਾ ਉਹ ਵਦਾਵਾ ਸੀ
ਆਪਣੇ ਕਮਰ ਕਸੇ ਵਿੱਚੋਂ ਕੱਢ ਕੇ ਸਾਹਮਣੇ ਹੀ 2-3 ਟੁਕੜੇ ਕਰ ਦਿੱਤੇ। ਪਾੜ ਦੇ ਨਾ ਕੀਤਾ, ਕਿਹਾ ਮਹਾਂ ਸਿੰਘ ਤੇਰੀ ਰੱਖੀ ਗਈ ਹੈ, ਤੂੰ ਭਾਈ ਮਾਝੇ ਦੀ ਪੈਜ ਰੱਖ ਲਈ। ਇਸ ਤਰ੍ਹਾਂ ਗੁਰੂ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਆਪਣੇ ਭਗਤਾਂ ਦੀ, ਆਪਣੇ ਸਿੱਖਾਂ ਦੀ ਪੈਜ ਸਵਾਰ ਦਿੰਦਾ ਹੈ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਵਾਹਿਗੁਰੂ ਦੀ ਬੰਦਗੀ ਕਰਦਿਆਂ, ਨਾਮ ਜਪਦਿਆਂ ਨਿਰਭਉ ਹੋ ਗਏ। ਨਿਰਭਉ ਡਰ ਤੋਂ ਰਹਿਤ ਹੋ ਜਾਣਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿੱਥੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਨਿਰਭਉ ਹੋ ਜਾਣਾ ਕੀਤਾ। ਕਿਸੇ ਦਾ ਭੈ ਨਹੀਂ ਉਹਨਾਂ ਨੂੰ, ਇੱਕ ਪਰਮਾਤਮਾ ਦਾ ਭੈ। ਦੁਨੀਆ ਦਾ ਭੈ ਉਹ ਆਪਣੇ ਮਨ ਤੋਂ ਦੂਰ ਕਰ ਦਿੰਦੇ ਨੇ, ਕਿਉਂਕਿ ਸਾਰਾ ਸੰਸਾਰ ਉਸ ਪਰਮੇਸ਼ਰ ਦੀ ਆਗਿਆ ਵਿੱਚ ਹੈ। ਇਹ ਸੰਸਾਰ ਹੀ ਨਹੀਂ, ਸਤਿਗੁਰੂ ਮਹਾਰਾਜ ਕਹਿੰਦੇ ਭਾਵੇਂ ਧਰਮ ਰਾਜਾ ਹੈ, ਭਾਵੇਂ ਜਮਦੂਤ ਨੇ, ਸਾਰੇ ਹੀ ਪਰਮਾਤਮਾ ਦੀ ਆਗਿਆ ਵਿੱਚ ਕੰਮ ਕਰਨ ਵਾਲੇ ਨੇ। ਤੇ ਫਿਰ ਉਹਨਾਂ ਪ੍ਰਭੂ ਦੇ ਪਿਆਰਿਆਂ ਨੂੰ ਕਿਸੇ ਦਾ ਭੈ ਨਹੀਂ। ਸਗਲ ਭਉ ਮਿਟਿਆ, ਜਿਹੜਾ ਦੁਨੀਆ ਦਾ ਭੈ ਸੀ ਉਹ ਸਾਰਾ ਹੀ ਉਹਨਾਂ ਦੇ ਹਿਰਦੇ ਵਿੱਚੋਂ ਮਿਟ ਗਿਆ, ਦੂਰ ਹੋ ਗਿਆ। ਚਰਨ ਕਮਲ ਆਧਾਰ ਹੈ, ਉਹਨਾਂ ਗੁਰਮੁਖਾਂ ਦੇ ਤਾਈਂ ਵਾਹਿਗੁਰੂ ਪਰਮੇਸ਼ਰ ਦੀ ਚਰਨਾਂ ਕਮਲਾਂ ਦਾ ਹੀ ਆਸਰਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਸਤਿਗੁਰਾਂ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ ਕਰਕੇ ਪਰਮਾਤਮਾ ਦੇ ਨਾਮ ਨੂੰ ਜਪਿਆ। ਨਾਮ ਤਾਂ ਜਪਣਾ ਪਰ ਇਸ ਵਾਸਤੇ ਨਹੀਂ ਮੇਰਾ ਆਹ ਕੰਮ ਪੂਰਾ ਹੋ ਜੇ, ਮੈਂ ਆਹ ਵੀ ਕੰਮ ਪੂਰਾ ਕਰਨਾ। ਜਦੋਂ ਤੱਕ ਕੰਮ ਦਾ ਹੀ ਮਤਲਬ ਰੱਖਾਂਗੇ ਫਿਰ ਤਾਂ ਸਾਧ ਸੰਗਤ ਕਦੇ ਟੁੱਟਾਂਗੇ ਕਦੇ ਜੁੜਾਂਗੇ। ਭਗਤ ਕਬੀਰ ਜੀ ਕਹਿੰਦੇ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰਹੁ ਨਿਤ। ਜਿਵੇਂ ਕਿਸੇ ਕੰਮ ਪੈਣ ਤੇ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਵੀ ਮਹਾਰਾਜ ਹੁਣ ਮੇਰੀ ਰੱਖਿਆ ਕਰੀ, ਤੂੰ ਹੀ ਸਭ ਕੁਝ ਰੱਖਣ ਵਾਲਾ ਹੈ, ਤੂੰ ਹੀ ਆਪਣੇ ਭਗਤਾਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ। ਕਹਿੰਦੇ ਜੇ ਕੰਮ ਪੈਣ ਤੇ ਪਰਮਾਤਮਾ ਨੂੰ ਸਿਮਰਦਾ ਤੇ ਇਹੋ ਜਿਹਾ ਰੋਜ਼ਾਨਾ ਸਿਮਰਿਆ ਕਰ, ਕਿਉਂਕਿ ਸਾਨੂੰ ਇੱਕ ਕੰਮ ਹੈ, ਉਹ ਹੈ ਪਰਮਾਤਮਾ ਦੀ ਪ੍ਰਾਪਤੀ ਦਾ। ਗੁਰੂ ਸਾਹਿਬਾਂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਕਰਕੇ ਜਪ। ਔਰ ਗੁਰੂ ਕੀ ਕਹਿੰਦਾ, ਹੇ ਬੰਦੇ ਤੂੰ ਸੰਸਾਰ ਅੰਦਰ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਆਇਆ। ਮੈਲ ਜਗਦੀਸ਼ ਮੈਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਕ ਸਤ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਜਪਣਾ ਇਹੀ ਤੇਰਾ ਅਸਲ ਕੰਮ ਹੈ। ਔਰ ਇਹੀ ਕੰਮ ਕਰਨ ਵਾਸਤੇ ਤੂੰ ਸੰਸਾਰ ਦੇ ਵਿੱਚ ਆਇਆ ਹੈ। ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਨਾਮ ਜਪਿਆ, ਪ੍ਰਗਟ ਭਇਓ ਸੰਸਾਰ ਹੈ, ਉਹ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ। ਉਹਨਾਂ ਦਾ ਜਸ ਇੰਨਾ ਵੱਧ ਜਾਂਦਾ ਹੈ। ਹੁਣ ਦੇਖੋ ਭਗਤ ਨਾਮਦੇਵ ਜੀ ਨਰਸਰੀ ਬਾਹਮਣੀ ਵਿੱਚ ਹੋਏ, ਹਜੂਰ ਸਾਹਿਬ ਤੋਂ ਵੀ ਤਕਰੀਬਨ 250-300 ਕਿਲੋਮੀਟਰ ਅੱਗੇ ਹੈ, ਤੇ ਹਜੂਰ ਸਾਹਿਬ ਪਹੁੰਚਣ ਵਾਸਤੇ ਸਾਨੂੰ 2 ਦਿਨ ਲੱਗ ਜਾਂਦੇ। ਇੰਨੀ ਦੂਰ ਨੇ, ਪਰ ਫਿਰ ਉਹਨਾਂ ਦਾ ਜਸ ਕਿੱਥੋਂ ਤੱਕ ਹੈ। ਗੁਰਬਾਣੀ 'ਚ ਸਤਿਗੁਰਾਂ ਨੇ ਉਹਨਾਂ ਦਾ ਜਸ ਕਿੰਨਾ ਲਿਖਿਆ, ਕਿੰਨੀ ਉਹਨਾਂ ਨੇ ਬੰਦਗੀ ਕੀਤੀ। ਇਹ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦਾ ਜਸ ਹੈ, ਜੁਗਾਂ ਜੁਗਾਂ ਤੱਕ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਜਸ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ ਪ੍ਰਗਟ ਹੋ ਗਿਆ ਹੈ।
ਜਿਹੜੇ ਹਰੀ ਪਰਮੇਸ਼ਰ ਦੇ ਜਨ ਪਿਆਰੇ ਨੇ, ਉਹਨਾਂ ਨੇ ਆਪਣੇ ਹਿਰਦੇ ਵਿੱਚੋਂ ਸਾਰਾ ਹੀ ਆਪਾ ਭਾਵ ਛੱਡਿਆ ਹੋਇਆ ਹੈ, ਤਿਆਗਿਆ ਹੋਇਆ ਹੈ। ਰਾਜਨ ਮਹਿ ਰਾਜਾ ਉਲਝਾਇਓ, ਮਾਨਨ ਮਹਿ ਅਭਮਾਨੀ, ਲੋਭਨ ਮਹਿ ਲੋਭੀ ਲੋਭਾਇਓ, ਤਿਉ ਹਰ ਰੰਗ ਰਚੇ ਗਿਆਨੀ। ਮਹਾਰਾਜ ਕਹਿੰਦੇ ਜਿਵੇਂ ਕੋਈ ਰਾਜਾ ਹੁੰਦਾ ਹੈ, ਉਹ ਆਪਣੇ ਰਾਜ ਪ੍ਰਬੰਧਾਂ ਵਿੱਚ ਲੱਗਿਆ ਰਹਿੰਦਾ ਹੈ। ਇਸ ਤਰ੍ਹਾਂ ਹੀ ਕੋਈ ਹੰਕਾਰੀ ਬੰਦਾ ਹੈ, ਉਹ ਆਪਣੇ ਹੰਕਾਰ ਨੂੰ ਹੀ ਚਿਤਵਦਾ ਹੈ ਕਿ ਮੇਰਾ ਆਹ ਕੁਝ ਹੈ, ਮੈਂ ਆਏਂ ਕੀਤਾ ਹੈ। ਜਿਹੜਾ ਲੋਭੀ ਹੈ, ਉਹ ਹਰ ਸਮੇਂ ਲੋਭ ਦੇ ਵਿੱਚ ਲੱਗਿਆ ਹੋਇਆ, ਦੂਜਿਆਂ ਨੂੰ ਲੁੱਟਣ ਵਾਸਤੇ, ਆਪਣੇ ਲੋਭ ਦੀ ਪੂਰਤੀ ਵਾਸਤੇ ਯਤਨ ਕਰਦਾ ਰਹਿੰਦਾ ਹੈ। ਜਿਹੜਾ ਗਿਆਨੀ ਹੈ ਨਾ, ਹਰ ਰੰਗ ਰਚੇ ਗਿਆਨੀ, ਉਹਨੇ ਪਰਮਾਤਮਾ ਦਾ ਪ੍ਰੇਮ ਆਪਣੇ ਹਿਰਦੇ 'ਚ ਪੈਦਾ ਕੀਤਾ ਹੈ। ਗਿਆਨੀ ਕਹਿੰਦੇ ਨੇ ਗਿਆਨਵਾਨ ਨੂੰ, ਜਿਹਨੇ ਗਿਆਨ ਪ੍ਰਾਪਤ ਕੀਤਾ ਹੈ ਕਿ ਸੰਸਾਰ ਦੇ ਵਿੱਚ ਉਹ ਪਰਮਾਤਮਾ ਹੀ ਸੱਤ ਹੈ, ਉਸ ਪਰਮਾਤਮਾ ਦਾ ਬਣਾਇਆ ਇਹ ਸੰਸਾਰ ਹੈ, ਉਹਦੇ ਹੁਕਮ ਵਿੱਚ ਅਸੀਂ ਚੱਲਣ ਵਾਲੇ ਹਾਂ। ਔਰ ਇਸ ਗੱਲ ਦਾ ਨਿਰਣਾ ਕੀਤਾ ਹੈ ਸੱਤ ਤੇ ਅਸੱਤ ਦਾ। ਉਹਨੇ ਇਹ ਰੰਗ ਰਚਿਆ ਹੋਇਆ ਕਿ ਸੱਚ ਦੀ ਉਹਨੇ ਪ੍ਰਾਪਤੀ ਕੀਤੀ ਹੈ। ਹਰ ਜਨ ਕੋ ਇਹੀ ਸੁਹਾਵੈ, ਨਿਕਟ ਪੇਖ ਹਰ ਸਤਿਗੁਰ ਕੀ ਸੇਵਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਉਹ ਗੁਰੂ ਦੀ ਸੇਵਾ ਕਰਦੇ ਨੇ, ਪਰਮਾਤਮਾ ਨੂੰ ਨੇੜੇ ਦੇਖਦੇ ਨੇ। ਇਹੀ ਉਹਨਾਂ ਵਾਸਤੇ ਸੋਭਾ ਵਾਲੀ ਗੱਲ ਹੈ, ਇਹੀ ਉਹਨਾਂ ਦਾ ਜਸ ਹੈ। ਆਮ ਬੰਦਾ ਕੀ ਕਰਦਾ, ਪਰਮਾਤਮਾ ਨੂੰ ਦੂਰ ਸਮਝਦਾ, ਦਿਖਾਵਾ ਹੀ ਕਿੱਥੇ ਹੈ, ਮੈਨੂੰ ਤਾਂ ਮਿਲਿਆ ਨਹੀਂ, ਤੈਨੂੰ ਮਿਲ ਗਿਆ, ਇਹੋ ਜਿਹੀਆਂ ਗੱਲਾਂ ਕਰਦੇ, ਕਿਉਂਕਿ ਉਹਨਾਂ ਨੂੰ ਭਰੋਸਾ ਨਹੀਂ। ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਉਹ ਨੇੜੇ ਦੇਖਦੇ ਨੇ, ਗੁਰੂ ਦੀ ਸੇਵਾ ਕਰਕੇ ਨੇੜੇ ਦੇਖ, ਕਿਉਂਕਿ ਸਾਨੂੰ ਦਿਖਾਉਣਾ ਗੁਰੂ ਨੇ ਹੈ। ਪਰਮਾਤਮਾ ਨੂੰ ਕੌਣ ਦਿਖਾ ਰਿਹਾ ਹੈ? ਗੁਰੂ। ਗੁਰੂ ਹੈ ਸ਼ਬਦ। ਹੁਣ ਅਸੀਂ ਦੇਖੋ, ਜੋ ਵੀ ਚੀਜ਼ ਹੈ ਉਸ ਨੂੰ ਆਪਣੀ ਭਾਸ਼ਾ ਦੁਆਰਾ ਸਮਝਦੇ ਹਾਂ, ਫਿਰ ਉਹ ਸਾਡੀ ਸਮਝ 'ਚ ਆ ਜਾਂਦਾ ਹੈ, ਪਕੜ 'ਚ ਆ ਜਾਂਦਾ ਹੈ। ਪਰਮਾਤਮਾ ਕਿਹੋ ਜਿਹਾ ਹੈ, ਪਰਮਾਤਮਾ ਦੀ ਕੀ ਵਡਿਆਈ ਹੈ, ਪਰਮਾਤਮਾ ਰਹਿੰਦਾ ਕਿੱਥੇ ਹੈ, ਪਰਮਾਤਮਾ ਦਾ ਰੂਪ ਰੰਗ ਕੀ ਹੈ, ਉਹ ਕੀ ਕਰਦਾ ਹੈ, ਕਦੋਂ ਤੋਂ ਹੈ, ਇਹ ਸਭ ਕੁਝ ਸਾਨੂੰ ਗੁਰੂ ਨੇ ਆਪਣੀ ਭਾਸ਼ਾ ਵਿੱਚ ਦੱਸਿਆ ਹੈ, ਸਾਨੂੰ ਸਮਝ ਗੋਚਰਾ ਕਰਨ ਵਾਸਤੇ। ਹੁਣ ਗੁਰੂ ਕੋਈ ਹੋਰ ਅਧਿਆਤਮਕ ਭਾਸ਼ਾ ਵੀ ਵਰਤ ਸਕਦਾ ਸੀ ਨਾ, ਪਰ ਗੁਰੂ ਨੇ ਸਾਨੂੰ ਸਾਡੀਆਂ ਸੰਸਾਰੀ ਉਦਾਹਰਨਾਂ ਦੇ ਦੇ ਕਰਕੇ ਸਮਝਾਇਆ ਵੀ ਪਰਮਾਤਮਾ ਇਹ ਕਰਦਾ ਹੈ। ਪਰਮਾਤਮਾ ਇੱਕ ਮਾਤਾ ਪਿਤਾ ਦੀ ਤਰ੍ਹਾਂ ਆਪਣੇ ਭਗਤਾਂ ਦੀ ਪ੍ਰਤਪਾਲਨਾ ਕਰਦਾ ਹੈ। ਪਰਮਾਤਮਾ ਸਾਰੇ ਸੰਸਾਰ ਵਿੱਚ ਇਸ ਤਰ੍ਹਾਂ ਸਮਾਇਆ ਹੋਇਆ ਜਿਵੇਂ ਦੁੱਧ 'ਚ ਘਿਓ ਹੁੰਦਾ ਹੈ, ਪਰ ਦੁੱਧ 'ਚ ਘਿਓ ਪ੍ਰਾਪਤ ਕਰਨ ਵਾਸਤੇ ਇੱਕ ਜੁਗਤੀ ਹੈ। ਜਿਵੇਂ ਲੱਕੜ 'ਚ ਅੱਗ ਹੁੰਦੀ ਹੈ, ਪਰਮਾਤਮਾ ਇਸ ਤਰ੍ਹਾਂ ਸੰਸਾਰ ਵਿੱਚ ਹੈ ਪਰ ਦਿਸਦਾ ਨਹੀਂ। ਪਰ ਇਹ ਗੱਲ ਤਾਂ ਮੰਨਦੇ ਹਨ ਨਾ ਵੀ ਲੱਕੜ 'ਚ ਅੱਗ ਹੈ, ਇਹ ਤਾਂ ਇਨਕਾਰ ਨਹੀਂ ਨਾ ਕਰ ਸਕਦੇ, ਪਰ ਉਹ ਦਿਸਦੀ ਨਹੀਂ ਕਿਉਂਕਿ ਉਹ ਪ੍ਰਗਟ ਕਰਨੀ ਪੈਂਦੀ ਹੈ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਸਾਰਾ ਸੰਸਾਰ ਪਰਮਾਤਮਾ ਦਾ ਰੂਪ ਹੈ, ਪਰਮਾਤਮਾ ਵਿੱਚ ਹੀ ਸਮਾ ਜਾਣ ਵਾਲਾ ਹੈ। ਜਿਵੇਂ ਪਾਣੀ ਤੋਂ ਬੁਲਬੁਲੇ ਬਣ ਜਾਂਦੇ ਨੇ, ਝੱਗ ਬਣ ਜਾਂਦੀ ਹੈ, ਪਾਣੀ ਤੋਂ ਭਾਫ ਵੀ ਬਣ ਜਾਂਦੀ ਹੈ, ਬਰਫ਼ ਵੀ ਬਣ ਜਾਂਦੀ ਹੈ, ਤਰੰਗਾਂ ਵੀ ਬਣ ਜਾਂਦੀਆਂ ਨੇ। ਜੋ ਜਲ ਫੇਨ ਬੁੱਧ ਬੁੱਧਾ ਜਲ ਤੇ ਭੈਣ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਇਹ ਸਾਨੂੰ ਸਤਿਗੁਰਾਂ ਨੇ ਸਾਡੀ ਭਾਸ਼ਾ ਵਿੱਚ ਸਮਝਾਇਆ ਹੈ। ਔਰ ਜਦੋਂ ਅਸੀਂ ਗੁਰੂ ਅਨੁਸਾਰੀ ਹੋ ਕਰਕੇ, ਗੁਰੂ ਵਾਲੇ ਪਾਸੇ ਹੋ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਸਾਨੂੰ ਦਿਸੇਗਾ ਵੀ। ਇਸ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਸਦਾ ਪਰਮਾਤਮਾ ਵਿੱਚ ਮਿਲੇ ਰਹਿੰਦੇ ਨੇ। ਹਰ ਜਨ ਛੋਟਿਆ ਸਗਲਾ ਆਪ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ
ਉਹਨਾਂ ਨੇ ਸਾਰਾ ਹੀ ਆਪਣੇ ਅੰਦਰੋਂ ਹੰਕਾਰ ਛੱਡ ਦਿੱਤਾ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਦ ਤੂੰ। ਇਸ ਤਰ੍ਹਾਂ ਸਾਰੀ ਹੀ ਹਉਮੈ ਤਿਆਗ ਦਿੱਤੀ ਹੈ। ਜਿਉ ਜਾਣਹੁ ਤਿਉ ਰਖਹੁ ਗੁਸਾਈ, ਵੇਖ ਬਿਨਾ ਪ੍ਰਤਾਪ। ਫਿਰ ਉਹ ਬੇਨਤੀ ਕਰਦੇ ਨੇ, ਹੇ ਗੋਸਾਈ। ਗੋ ਕਹਿੰਦੇ ਨੇ ਧਰਤੀ ਨੂੰ, ਸਾਈਂ ਕਹਿੰਦੇ ਨੇ ਮਾਲਕ, ਧਰਤੀ ਦਾ ਮਾਲਕ ਪਰਮੇਸ਼ਰ। ਹੇ ਪਰਮੇਸ਼ਰ ਵਾਹਿਗੁਰੂ, ਹੁਣ ਜਿਵੇਂ ਤੂੰ ਸਾਨੂੰ ਰੱਖਣਾ ਹੈ ਨਾ, ਉਵੇਂ ਰੱਖ ਲੈ। ਜਿਵੇਂ ਮਾਂ ਹੁੰਦੀ ਹੈ ਨਾ, ਮਾਂ ਦੀ ਕੁੱਛੜ 'ਚ ਜਿਹੜਾ ਬੱਚਾ ਹੁੰਦਾ ਹੈ, ਭਾਵੇਂ ਉਹਨੂੰ ਗੋਦ ਚੱਕ ਲੇ, ਭਾਵੇਂ ਧਰਤੀ 'ਤੇ ਪਾ ਦੇ, ਭਾਵੇਂ ਭੰਗੂੜੇ 'ਤੇ ਪਾ ਦੇ, ਭਾਵੇਂ ਮੰਜੇ 'ਤੇ ਪਾ ਦੇ, ਜਿੱਥੇ ਮਰਜ਼ੀ ਰੱਖੀ ਜਾਵੇ, ਭਾਵੇਂ ਆਪਣੀ ਗੋਦ 'ਚ ਚੱਕ ਕੇ ਤੁਰੀ ਫਿਰਦੀ ਰਹੇ। ਇਸ ਤਰ੍ਹਾਂ ਹੀ ਹੇ ਪ੍ਰਭੂ ਪਰਮੇਸ਼ਰ, ਅਸੀਂ ਆਪ ਜੀ ਦੇ ਭਗਤ ਹਾਂ। ਜਿੱਥੇ ਤੂੰ ਸਾਨੂੰ ਰੱਖਣਾ ਹੈ, ਜਿਹੋ ਜਿਹੀ ਥਾਂ 'ਤੇ ਜਿਹੋ ਜਿਹਾ ਸਾਨੂੰ ਜੀਵਨ ਦੇਣਾ ਹੈ, ਜਿਹੋ ਜਿਹੀ ਸਾਡੇ ਕੋਲੋਂ ਬੰਦਗੀ ਕਰਾਉਣੀ ਹੈ, ਸੇਵਾ ਸਿਮਰਨ ਕਰਾਉਣਾ ਹੈ, ਉਹੋ ਜਿਹਾ ਤੂੰ ਕਰਾ ਲੈ। ਜਿਉ ਜਾਣਹੁ ਤਿਉ ਰਖਹੁ ਗੁਸਾਈ, ਪੇਖ ਜੀਵਾਂ ਪ੍ਰਤਾਪ। ਮੇਰੀ ਤਾਂ ਇਹੀ ਇੱਛਾ ਹੈ ਕਿ ਮੈਂ ਹਰ ਸਮੇਂ ਆਪ ਜੀ ਦਾ ਪ੍ਰਤਾਪ, ਆਪ ਜੀ ਦਾ ਜਸ ਦੇਖ ਕੇ ਜਿਉਂਦਾ ਰਹਾਂ। ਮੈਨੂੰ ਭੁੱਲੇ ਨਾ ਤੂੰ। ਮੈਂ ਇਹੀ ਦੇਖਦਾ ਰਹਾਂ ਕਿ ਸਭ ਵਡਿਆਈਆਂ ਪਰਮਾਤਮਾ ਦੀਆਂ ਨੇ। ਉਹਨੇ ਹੀ ਮੈਨੂੰ ਜੀਵਨ ਬਖਸ਼ਿਆ ਹੋਇਆ, ਉਹਦੀਆਂ ਸਾਰੀਆਂ ਦਾਤਾਂ ਨੇ। ਇਹ ਮੈਨੂੰ ਯਾਦ ਰਹੇ, ਇਹ ਸਾਰਾ ਤੇਰਾ ਹੀ ਪ੍ਰਤਾਪ ਹੈ। ਇਹ ਦੇਖ ਕੇ ਮੈਂ ਜਿਉਂਦਾ ਰਹਾਂ, ਮੇਰਾ ਜੀਵਨ ਬਣਿਆ ਰਹੇ। ਇੱਕ ਤਾਂ ਸਤਿਗੁਰਾਂ ਦਾ ਉਪਦੇਸ਼ ਕਮਾਉਂਦਿਆਂ, ਸਤਿਗੁਰਾਂ ਦਾ ਉਪਦੇਸ਼ ਕੀ ਹੈ? ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਦਾ ਪਾਠ ਕਰੋ, ਨਾਮ ਜਪੋ। ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਉਪਦੇਸ਼ ਬਖਸ਼ਿਆ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਗੁਰੂ ਦਾ ਉਪਦੇਸ਼ ਹਿਰਦੇ 'ਚ ਵਸਾਈਏ। ਗੁਰੂ ਦਾ ਉਪਦੇਸ਼ ਕਮਾਉਂਦਿਆਂ ਤੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਦਿਆਂ, ਸਾਧ ਕੀ ਸੰਗਤ। ਕੀ ਹੋਇਆ? ਬਿਨਸਿਓ ਸਗਲ ਸੰਤਾਪ। ਜਿਹੜੇ ਸੰਤਾਪ ਭਲੀ ਪ੍ਰਕਾਰ ਤਾਪ ਲੱਗੇ ਹੋਏ ਸੀ ਨਾ, ਕਦੇ ਆਪ ਦੁਖੀ, ਕਦੇ ਮਨ ਦੁਖੀ, ਕਦੇ ਪਰਿਵਾਰ ਦੁਖੀ, ਇੱਕ ਦੁੱਖ ਗਿਆ ਦੂਜਾ ਨਾਲ ਹੀ ਆ ਜਾਂਦਾ ਹੈ। ਇਹ ਸਭ ਕੁਝ ਮਿਟ ਜਾਂਦਾ ਹੈ ਜਦੋਂ ਅਸੀਂ ਸਤਿਗੁਰਾਂ ਦਾ ਉਪਦੇਸ਼ ਕਮਾਉਂਦਿਆਂ ਕੁਝ ਬਖਸ਼ਿਸ਼ ਪ੍ਰਾਪਤ ਕਰ ਲਈ, ਗੁਰੂ ਦੀ ਕਿਰਪਾ ਪ੍ਰਾਪਤ ਹੋ ਗਈ, ਤਾਂ ਸਾਰੇ ਸੰਤਾਪ ਜਿਹੜੇ ਮਨ ਨੂੰ ਲੱਗੇ ਹੋਏ ਨੇ ਨਾ, ਉਹ ਸਾਰੇ ਨਾਸ ਹੋ ਜਾਂਦੇ ਨੇ। ਤੀਨੇ ਤਾਪ, ਤਿੰਨੇ ਹੀ ਖਤਮ ਹੋ ਜਾਂਦੇ ਹਨ। ਫਿਰ ਹੁੰਦਾ ਕੀ ਹੈ? ਮਹਾਰਾਜ ਕਹਿੰਦੇ ਮਿੱਤਰ ਸੱਤਰ ਪੇਖ ਸਮਤ ਵਿਚਾਰਿਓ। ਜਿਹੜੇ ਮਿੱਤਰ ਨੇ ਤੇ 70 ਵੈਰ ਕਰਨ ਵਾਲੇ ਵੈਰੀ ਨੇ, ਉਹਨਾਂ ਨੂੰ ਦੇਖ ਕੇ ਫਿਰ ਇਹ ਵਿਚਾਰ ਕਰਦਾ ਵੀ ਇਹਨਾਂ ਦੇ ਹੱਥ 'ਚ ਕੁਝ ਨਹੀਂ। ਜਿਹੜਾ ਮੇਰਾ ਮਿੱਤਰ ਬਣਿਆ ਹੋਇਆ, ਉਹਨੇ ਤਾਂ ਮੇਰੇ ਗੁਣ ਦੇਖੇ, ਉਹਦੀ ਮੇਰੇ ਨਾਲ ਮਿੱਤਰਤਾ ਬਣ ਗਈ। ਜਿਹੜਾ ਮੇਰਾ ਦੁਸ਼ਮਣ ਬਣਿਆ ਹੋਇਆ, ਮੇਰੇ ਨਾਲ ਈਰਖਾ ਕਰਦਾ, ਉਹਨੇ ਮੇਰੇ ਔਗਣ ਦੇਖ ਲਏ, ਉਹ ਮੇਰੇ ਨਾਲ ਦੁਸ਼ਮਣੀ ਕਰ ਰਿਹਾ। ਜਿਹੜਾ ਮੇਰਾ ਮਿੱਤਰ ਹੈ, ਉਹ ਸਤੋ ਗੁਣ ਕਰਕੇ ਹੈ। ਜਦੋਂ ਜੀਵ ਦੇ ਅੰਦਰ ਸਤੋ ਗੁਣ ਪ੍ਰਧਾਨ ਹੁੰਦਾ ਹੈ, ਫਿਰ ਜੀਵ ਦੂਜਿਆਂ ਦੇ ਗੁਣ ਦੇਖਦਾ ਹੈ। ਦ੍ਰਿਸ਼ਟੀ ਤਾਂ ਆਪਦੀ ਹੈ ਨਾ। ਜਿਵੇਂ ਹੁਣ ਅਸੀਂ ਅੱਖਾਂ 'ਤੇ ਲਾਲ ਐਨਕਾਂ ਲਾ ਲਈਏ, ਸਾਨੂੰ ਸਾਰਾ ਕੁਝ ਲਾਲ ਹੀ ਦਿਸੂ। ਖੱਟੀਆਂ ਲਾ ਲਈਏ, ਖੱਟਾ ਦਿਸਣ ਲੱਗ ਜਾਊ। ਕਾਲੀਆਂ ਲਾ ਲਈਏ, ਕਾਲਾ ਦਿਸਣ ਲੱਗ ਜਾਊ। ਅਤੇ ਹੁਣ ਦੂਜਾ ਕੋਈ ਵੀ ਤੂੰ ਆਪਣੀਆਂ ਐਨਕਾਂ ਲਾ ਦੇ, ਤੈਨੂੰ ਸਾਰਾ ਕੁਝ ਸਾਫ਼ ਦਿਸਣ ਲੱਗ ਜਾਊ। ਇਸ ਤਰ੍ਹਾਂ ਜਦੋਂ ਅਸੀਂ ਕਿਸੇ ਨੂੰ ਮਿੱਤਰਤਾ ਵਾਲੀ ਨਿਗਾਹ ਨਾਲ ਦੇਖਦੇ ਹਾਂ, ਉਹ ਸਾਡਾ ਮਿੱਤਰ ਬਣ ਜਾਂਦਾ ਹੈ। ਜਦੋਂ ਕਿਸੇ ਨੂੰ ਅਸੀਂ ਦੁਸ਼ਮਣੀ ਵਾਲੀ ਨਿਗਾਹ ਨਾਲ ਦੇਖਦੇ ਹਾਂ, ਉਹ ਸਾਡਾ ਦੁਸ਼ਮਣ ਬਣ ਜਾਂਦਾ ਹੈ। ਪਰ ਉਹ ਦੁਸ਼ਮਣ ਵੀ ਤਾਂ ਗਾਂਹ ਕਿਸੇ ਦਾ ਮਿੱਤਰ ਹੁੰਦਾ ਹੈ ਨਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਮਿੱਤਰ ਹੈ ਉਹ ਸਤੋ ਗੁਣ ਕਰਕੇ, ਅਤੇ ਜਿਹੜਾ 70 ਵੈਰੀ ਹੈ ਉਹ ਤਮੋ ਗੁਣ ਕਰਕੇ।
ਤਿੰਨਾਂ ਗੁਣਾਂ ਦਾ ਇਹ ਸੰਸਾਰ ਹੈ, ਸਤੋ ਗੁਣ, ਤਮੋ ਗੁਣ, ਰਜੋ ਗੁਣ। ਤੇ ਇਹਨਾਂ ਦੇ ਵਿੱਚ ਜਿਹੜਾ ਪਰਮਾਤਮਾ ਹੈ ਨਾ, ਉਹਦੀ ਵਿਚਾਰ ਕੀਤੀ ਹੈ ਵੀ ਤਿੰਨੇ ਗੁਣ ਪਰਮਾਤਮਾ ਤੋਂ ਬਣੇ ਹੋਏ ਨੇ। ਰਜਗੁਣ, ਤਮ ਗੁਣ, ਸਤਗੁਣ ਕਹੀਏ ਇਹ ਤੇਰੀ ਸਭ ਮਾਇਆ। ਇਹ ਪਰਮਾਤਮਾ ਦੀ ਮਾਇਆ ਨਾ, ਇਹ ਤਿੰਨੇ ਗੁਣ ਪਰਮਾਤਮਾ ਦੇ ਅਧੀਨ ਨੇ। ਉਹ ਇਸ ਤਰ੍ਹਾਂ ਉਹ ਸਮਾਨ ਵਿਚਾਰ ਕਰਦੇ ਨੇ ਗੁਰਮੁਖ, ਜਾਂ ਇਹਨਾਂ ਦੇ ਵਿੱਚ ਰਹਿਣ ਵਾਲੇ ਪਰਮਾਤਮਾ ਦੀ ਵਿਚਾਰ ਕਰਦੇ ਨੇ। ਸਗਲ ਸੰਭਾਖਣ ਜਾਪ, ਤੇ ਉਹ ਦੇਖਦੇ ਨੇ ਵੀ ਜੋ ਵੀ ਬੋਲਦਾ, ਭਾਵੇਂ ਕੋਈ ਪੰਛੀ ਬੋਲ ਰਿਹਾ, ਕੋਈ ਜਾਨਵਰ ਬੋਲ ਰਿਹਾ, ਕੋਈ ਵੀ ਆਵਾਜ਼ ਹੋ ਰਹੀ ਹੈ, ਇਹ ਪਰਮਾਤਮਾ ਦਾ ਜਾਪ ਹੀ ਹੋ ਰਿਹਾ, ਨਾਮ ਹੀ ਜਪਿਆ ਜਾ ਰਿਹਾ। ਸਭ ਜੋ ਕੋਈ ਬੋਲਦਾ ਪਿਆ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਬੋਲਤ ਹੈ ਨਹੀਂ ਹੋਰ। ਹੈ ਤਾਂ ਇਹ ਮਨ ਦੀ ਅਵਸਥਾ ਕਿ ਜਦੋਂ ਮਨ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਨਾ, ਫਿਰ ਜਿਹੜੀ ਉਹਦੇ ਤੱਕ ਆਵਾਜ਼ ਪਹੁੰਚਦੀ ਹੈ ਸ਼ੁੱਧ ਹੋ ਜਾਂਦੀ ਹੈ। ਉਸ ਆਵਾਜ਼ ਵਿੱਚੋਂ ਵੈਰ ਵਿਰੋਧ ਜਾਂ ਹੋਰ ਅਕਸ਼ ਸਾਰੇ ਮਿਟ ਜਾਂਦੇ ਨੇ, ਉਹ ਕੇਵਲ ਇੱਕ ਆਵਾਜ਼ ਰਹਿ ਜਾਂਦੀ ਹੈ। ਅਤੇ ਉਸ ਗੁਰਮੁਖ ਦੇ ਤਾਈਂ ਇਹ ਲੱਗਦਾ ਵੀ ਇਹ ਪਰਮਾਤਮਾ ਹੀ ਬੋਲ ਰਿਹਾ, ਇਹ ਨਾਮ ਹੀ ਉਚਾਰਨ ਹੋ ਰਿਹਾ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਸਗਲ ਸੰਭਾਖਣ ਜਾਪ, ਜੋ ਸਾਰੇ ਸੰਭਾਖਣ ਭਲੀ ਪ੍ਰਕਾਰ ਭਾਖਣ ਬੋਲਣਾ ਕਰਦੇ ਨੇ, ਉਹ ਪਰਮਾਤਮਾ ਦਾ ਨਾਮ ਹੀ ਉਹਨਾਂ ਦੇ ਤਾਈਂ ਸੁਣਦਾ ਹੈ। ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚੋਂ ਜਿਹੜੀ ਈਰਖਾ ਦੀ ਤਪਸ਼ ਸੀ, ਕ੍ਰੋਧ ਦੀ ਤਪਸ਼ ਸੀ, ਵਿਕਾਰਾਂ ਦੀ ਤਪਸ਼ ਸੀ, ਮਾਇਆ ਕਰਕੇ ਮਨ ਤਪਦਾ ਰਹਿੰਦਾ ਸੀ, ਚਿੰਤਾ ਕਰਕੇ ਤਪਦਾ ਰਹਿੰਦਾ ਸੀ, ਇਹ ਸਾਰੀ ਤਪਸ਼ ਬੁਝ ਗਈ। ਸੀਤਲ, ਉਹ ਸੀਤਲ ਹੋ ਗਏ, ਠੰਡੇ ਹੋ ਗਏ। ਠੰਡੇ ਤੋਂ ਭਾਵ ਉਹਨਾਂ ਦਾ ਮਨ ਸ਼ਾਂਤ ਹੋ ਗਿਆ ਨਾਮ ਨੂੰ ਜਪ ਕਰਕੇ। ਆਗਾਨੇ, ਉਹ ਤ੍ਰਿਪਤ ਹੋ ਗਏ, ਰੱਜ ਗਏ। ਸੁਨ ਅਨਹਦ ਬਿਸਮ ਭਏ ਬਿਸਮਾਦ, ਜਦੋਂ ਉਹਨਾਂ ਨੇ ਹੱਦ ਤੋਂ ਰਹਿਤ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਕੀਤਾ, ਤਦੋਂ ਉਹਨਾਂ ਦੇ ਅੰਦਰੋਂ ਤਪਸ਼ ਵੀ ਬੁਝ ਗਈ, ਉਹ ਸੀਤਲ ਹੋ ਕੇ ਰੱਜ ਜਾਣਾ ਕੀਤਾ। ਬਿਸਮ ਭਏ ਬਿਸਮਾਦ, ਜੋ ਬਿਸਮਾਦ ਪਰਮੇਸ਼ਰ ਹੈ ਨਾ, ਉਹਦੇ ਵਿੱਚ ਮਿਲ ਕੇ ਬਿਸਮਾਦ ਹੀ ਹੋ ਗਏ। ਬਿਸਮਾਦ ਦਾ ਅਰਥ ਹੁੰਦਾ ਹੈਰਾਨ ਹੋਣਾ। ਜਦੋਂ ਅਸੀਂ ਕਿਸੇ ਚੀਜ਼ ਬਾਰੇ ਨਾ ਜਾਣਦੇ ਹੋਈਏ ਨਾ, ਉਹਦਾ ਸਾਡੇ ਅੰਦਰ ਗਿਆਨ ਨਾ ਹੋਵੇ, ਤਾਂ ਸਾਡਾ ਮਨ ਹੈਰਾਨ ਹੋ ਜਾਂਦਾ ਹੈ। ਜਦੋਂ ਕਿਸੇ ਦੀ ਚੀਜ਼ ਬਾਰੇ ਅਸੀਂ ਨਾ ਜਾਣਦੇ ਹੋਈਏ, ਉਦੋਂ ਹੈਰਾਨੀ ਹੁੰਦੀ ਹੈ। ਵਿਦਵਾਨ ਕਹਿੰਦੇ ਜਦੋਂ ਮਨ ਨੂੰ ਦੇਸ਼ ਵਸਤੂ ਦੀ ਸੋਝੀ ਨਾ ਰਹੀ, ਤਾਂ ਉਹ ਵਿਸਮਾਦ ਅਵਸਥਾ ਵਿੱਚ ਚਲਿਆ ਜਾਂਦਾ ਹੈ। ਵਾਹਿਗੁਰੂ ਨਾਮ ਜਪ ਕਰਕੇ, ਵਾਹਿਗੁਰੂ ਦਾ ਵੀ ਅਰਥ ਵਿਸਮਾਦ ਹੀ ਹੈ। ਵਿਸਮਾਦ ਕਹਿੰਦੇ ਨੇ ਹੈਰਾਨ ਹੋਣਾ। ਜਦੋਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਮਨ ਇੰਨਾ ਉੱਚਾ ਹੋ ਜਾਂਦਾ ਹੈ ਕਿ ਮਨ ਨੂੰ ਆਪਣੀ ਦੇਸ਼ ਅਤੇ ਵਸਤੂ ਦਾ ਖਿਆਲ ਨਹੀਂ ਰਹਿੰਦਾ। ਮਨ ਇਹ ਭੁੱਲ ਹੀ ਜਾਂਦਾ ਵੀ ਮੈਂ ਕੌਣ ਹਾਂ, ਮੈਂ ਕਿੱਥੇ ਰਹਿਣ ਵਾਲਾ, ਮੈਂ ਕੀ ਕਰਨ ਵਾਲਾ, ਇਹ ਸਭ ਕੁਝ ਭੁੱਲ ਜਾਂਦਾ। ਅਤੇ ਨਾ ਹੀ ਉਹਨੂੰ ਪਤਾ ਵੀ ਮੈਂ ਚੌਂਕੜੀ ਮਾਰ ਕੇ ਬੈਠਾ ਅੱਖਾਂ ਬੰਦ ਕਰਕੇ। ਉਹ ਇੰਨਾ ਉੱਚਾ ਚੜ੍ਹ ਜਾਂਦਾ, ਫਿਰ ਉੱਥੇ ਆਨੰਦ ਹੀ ਆਨੰਦ ਰਹਿ ਜਾਂਦਾ। ਇਹ ਵਾਹਿਗੁਰੂ ਕਰਕੇ ਹੈ। ਇਸ ਲਈ ਮਹਾਰਾਜ ਨੇ ਵਾਹਿਗੁਰੂ, ਵਾਹਿ ਨਾਮ ਅਸਚਰਜ ਦਾ, ਗੁਰੂ ਨਾਮ ਚੇਤਨ। ਸੋ ਉਹ ਗੁਰਮੁਖ ਜਿਹੜੇ ਨੇ ਪਰਮਾਤਮਾ ਵਿੱਚ ਮਿਲ ਕੇ ਵਿਸਮਾਦ ਹੋ ਗਏ ਹਨ। ਸਤਿਗੁਰੂ ਮਹਾਰਾਜ ਕਹਿੰਦੇ ਭਾਈ, ਉਹਨਾਂ ਦੇ ਮਨ ਵਿੱਚ ਸੱਚੇ ਵਾਹਿਗੁਰੂ ਦਾ ਵਾਸਾ ਹੋ ਗਿਆ ਹੈ, ਜਿਸ ਕਰਕੇ ਉਹ ਆਨੰਦ ਸਰੂਪ ਹੋ ਗਏ। ਆਨੰਦ ਹੀ ਆਨੰਦ ਉਹਨਾਂ ਦੇ ਹਿਰਦੇ ਵਿੱਚ ਰਹਿ ਜਾਂਦਾ ਹੈ। ਪੂਰਨ ਪੂਰੇ ਨਾਦ, ਜਿਹੜੇ ਨਾਦ ਨਾਮ ਸ਼ਬਦ, ਸ਼ਬਦ ਕਿਹੜਾ ਹੈ? ਸਤਿਨਾਮ ਵਾਹਿਗੁਰੂ, ਉਹਨਾਂ ਦੇ ਮਨ ਵਿੱਚ ਪੂਰੀ ਤਰ੍ਹਾਂ ਪੂਰਿਆ ਜਾਂਦਾ ਹੈ। ਪੂਰਨ ਤੋਂ ਭਾਵ ਉਹਨਾਂ ਦੇ ਮਨ ਵਿੱਚ ਨਾਮ ਪਰੋਇਆ ਜਾਂਦਾ ਹੈ। ਪੂਰੀ ਤਰ੍ਹਾਂ ਮਨ ਉਹਨਾਂ ਦਾ ਨਾਮ ਕਰਕੇ ਭਰ ਜਾਂਦਾ ਹੈ। ਮਨ ਵਿੱਚ ਕੋਈ ਹੋਰ ਵੈਰ ਵਿਰੋਧ ਸੰਕਲਪ ਨਹੀਂ ਰਹਿੰਦਾ, ਉੱਥੇ ਕੇਵਲ ਪਰਮਾਤਮਾ ਹੀ ਰਹਿ ਜਾਂਦਾ ਹੈ। ਬਸ ਉਹ ਜੋ ਦੇਖਦੇ ਨੇ, ਉਹ ਦੇਖਣ ਵਿੱਚ ਵੀ ਪਰਮਾਤਮਾ ਹੀ ਹੁੰਦਾ ਹੈ, ਜੋ ਉਹ ਸੁਣਦੇ ਨੇ ਉਹ ਵੀ ਪਰਮਾਤਮਾ ਹੀ ਹੁੰਦਾ ਹੈ। ਬਾਕੀ ਸਭ ਕੁਝ ਉਹਨਾਂ ਦਾ ਮਨ ਜਿਹੜਾ ਹੈ
ਉਹ ਤਿਆਗ ਦਿੰਦਾ ਹੈ। ਪੂਰਨ ਪੂਰੇ ਨਾਦ, ਸਤਿਗੁਰੂ ਕਹਿੰਦੇ ਉਹ ਪਰਮੇਸ਼ਰ ਦੇ ਨਾਮ ਕਰਕੇ ਪੂਰੇ ਹੋਏ ਹਨ ਭਾਈ, ਭਰੇ ਹੋਏ ਹਨ ਗੁਰਮੁਖ, ਜਿਨ੍ਹਾਂ ਦੇ ਮਨ ਵਿੱਚ ਸੱਚੇ ਵਾਹਿਗੁਰੂ ਦਾ ਵਾਸਾ ਹੈ ਤੇ ਉਹਨਾਂ ਨੂੰ ਅਸਲ ਆਨੰਦ ਦੀ ਪ੍ਰਾਪਤੀ ਹੋਈ ਹੈ। ਇਹ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ ਕਿ ਜਿਹੜੇ ਗੁਰਮੁਖ ਨੇ ਉਹਨਾਂ ਨੇ ਆਪਣੇ ਅੰਦਰੋਂ ਹੰਕਾਰ ਛੱਡ ਦਿੱਤਾ। ਹੰਕਾਰ ਛੱਡਣ ਕਰਕੇ ਕੀ ਹੁੰਦਾ ਹੈ ਉਹ ਸਭ ਕੁਝ ਉਹਨਾਂ ਨੂੰ ਪਤਾ ਹੈ। ਬਸ ਇੰਨੀ ਗੱਲ ਹੈ ਵੀ ਜਿਵੇਂ ਕੋਈ ਮਨੁੱਖ ਆਪਣੇ ਸਿਰ ਤੇ 50-60 ਕਿਲੋ ਭਾਰ ਚੱਕ ਕੇ ਇੱਥੋਂ 10-15 ਕਿਲੋਮੀਟਰ ਤੇ ਜਾਣਾ ਹੋਵੇ ਤੇ ਕਿੰਨਾ ਔਖਾ ਹੋ ਜਾਂਦਾ ਉਹਨੂੰ। ਇੱਕ ਤਾਂ ਤੁਰਨ ਦੀ ਥਕਾਵਟ ਹੋਣੀ ਹੈ, ਇੱਕ ਉਹਨੇ ਸਿਰ ਤੇ ਭਾਰ ਚੱਕਿਆ ਹੋਵੇ, ਤੇ ਜੇ ਉਹੀ ਭਾਰ ਉਹ ਕਿਸੇ ਗੱਡੇ ਤੇ ਰੱਖ ਦੇਵੇ, ਕਿਸੇ ਨੂੰ ਫੜਾ ਦੇਵੇ ਤੇ ਆਪ ਨਾਲ ਤੁਰਿਆ ਜਾਵੇ, ਫਿਰ ਸੌਖਾ ਹੋ ਜਾਂਦਾ। ਇਸ ਤਰ੍ਹਾਂ ਜਿਹੜਾ ਮਨੁੱਖ ਹੈ ਆਪਣੇ ਸਿਰ ਤੇ ਹਉਮੈ ਕਰਕੇ ਦੁਨੀਆ ਦੇ ਭਾਰ ਨੂੰ ਚੱਕੀ ਫਿਰਦਾ, ਪਰ ਜਿਹੜੇ ਗੁਰੂ ਵਾਲੇ ਨੇ ਉਹ ਇਹ ਭਾਰ ਛੱਡ ਦਿੰਦੇ ਨੇ, ਤਿਆਗ ਦਿੰਦੇ ਨੇ। ਸੋ ਇਹ ਸਾਨੂੰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਭਾਈ, ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਇਹੋ ਜਿਹਾ ਗੁਰੂ ਵਾਲਾ ਜੀਵਨ ਬਣਾਈਏ, ਫਿਰ ਸੁਖੀ ਹੋਵਾਂਗੇ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਵਾਂਗੇ। ਸਤਿਗੁਰੂ ਜੀ ਸਾਰਿਆਂ ਤੇ ਕਿਰਪਾ ਰਹਿਮਤ ਕਰਨ। ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸਬਦ ਬੁਝੇ ਸੀਤਲ ਆਗਾਨੇ, ਸੋਣ ਅਨਹਦ ਬਿਸਮ ਭਏ ਬਿਸਮਾਦ, ਅੰਤ ਭਇਆ ਨਾਨਕ ਮਨ ਸਾਚਾ, ਪੂਰਨ ਪੂਰੇ ਨਾਦ। ਸਾਰਗ ਮਹੱਲਾ ਪੰਜਵਾ। ਅਬ ਜਨ ਉਪਰ ਕੋ ਨਾ ਪੁਕਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਚਵਰ ਛਤਰ ਦੇ ਮਾਲਕ